बहुत ही प्यारे विद्यार्थियों ਅਤੇ ਸਤਿਕਾਰਯੋਗ ਟੀਚਰ ਸਾਹਿਬਾਨ, मैं डॉक्टर ਭੁਪਿੰਦਰਪਾਲ ਸਿੰਘ पंजाब एजुसेट सोसाइटी ਦੇ ਵੱਲੋਂ ਤੁਹਾਡਾ ਸਾਰਿਆਂ ਦਾ इस ਲੈਕਚਰ ਦੇ ਵਿੱਚ बहुत स्वागत करदा। विद्यार्थियों, ਅੱਜ ਅਸੀਂ इतिहास विषय ਦੇ ਵਿੱਚ जो ਤੁਹਾਡਾ टॉपिक है ਭਾਰਤ ਵਿੱਚ ईस्ट इंडिया कंपनी की स्थापना, उसके ऊपर गलबात करांगे और मैनू पूरी उम्मीद है कि तुसी बहुत ध्यान नाल सुनोगे अते बहुत चंगी जानकारी इस तो हासिल करोगे कि किस तरह भारत दे विच ईस्ट इंडिया कंपनी आई और उसने अपने आप नू बहुत ही ज़्यादा संगठित कर लिया सी अते हौली हौली वो कंपनी तो भारत दे शासक बन गए सी। तो आओ ਅਸੀਂ शुरू करते हैं विद्यार्थियों। सब तो पहला ਅਸੀਂ पास ਦੇ ਵਿੱਚ ਜਾਵਾਂਗੇ। जिस तरह ਤੁਸੀਂ देख रहे हो कि प्राचीन काल ਦੇ ਵਿੱਚ ਭਾਰਤ ਵਿੱਚ ਮੁੱਖ ਕਿੱਤੇ, ਜਦੋਂ ਅਸੀਂ ਪਾਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਭਾਰਤ ਦੇ ਵਿੱਚ ਜਿਸ ਵੇਲੇ ਵਪਾਰ ਨਹੀਂ ਹੁੰਦਾ ਸੀ ਜਾਂ ਵਪਾਰ ਹਲੇ ਸ਼ੁਰੂ ਹੀ ਹੋਇਆ ਸੀ ਤਾਂ ਉਸ ਵੇਲੇ ਭਾਰਤ ਦੇ ਵਿੱਚ किस तरह लोग सरवाइव करते सी, लोग उस वेले किस तरीके नाल अपने जीवन का निर्वाह करते सी। तां सब तो पहला साडे कोल पशु पालन, डोमैस्टिकेशन ऑफ एनिमल्स। वो लोग उस वेले पशु पालते सीगे और पशुओं दे नाल वो लोग खेतीबाड़ी करते सी। तुसीं देखो कि खेतीबाड़ी भाव एग्रीकल्चर, वो लोग पहला ਅਸੀਂ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਉਹ ਹੌਲੀ ਹੌਲੀ ਜਿਵੇਂ ਇੱਕ ਤਰ੍ਹਾਂ ਪਹਿਲਾਂ ਜੰਗਲਾਂ ਦੇ ਵਿੱਚ ਰਹਿੰਦੇ ਸੀ ਤਾਂ ਹੌਲੀ ਹੌਲੀ ਉਹਨਾਂ ਨੇ ਨਦੀਆਂ ਦੇ ਕੰਢਿਆਂ ਦੇ ਉੱਤੇ ਆਪਣੇ ਆਪ ਨੂੰ ਉੱਥੇ ਘਰ ਬਣਾ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਔਰ ਉਹਨਾਂ ਨੇ ਖੇਤੀਬਾੜੀ ਸਟਾਰਟ ਕਰ ਦਿੱਤੀ ਸੀਗੀ। ਔਰ ਜਿਵੇਂ ਜਿਵੇਂ ਉਹ ਹੋਰ ਵਿਕਸਿਤ ਹੁੰਦੇ ਚਲੇ ਗਏ ਤਾਂ ਉਹਨਾਂ ਦੇ ਵਿੱਚ ਚੇਂਜਿਸ ਆਉਣ ਲੱਗ ਪਈਆਂ ਉਹਨਾਂ ਦੇ ਜੀਵਨ ਦੇ ਵਿੱਚ। ਤਾਂ ਉਹਨਾਂ ਨੇ ਚੀਜ਼ਾਂ ਦਾ ਆਦਾਨ ਪ੍ਰਦਾਨ ਸ਼ੁਰੂ ਕੀਤਾ। ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਨਹੀਂ ਹੁੰਦੀਆਂ ਸੀ ਉਹ ਦੂਸਰੇ ਇਲਾਕਿਆਂ ਤੋਂ ਉਹ ਚੀਜ਼ਾਂ ਮੰਗਵਾਉਂਦੇ ਸੀ ਔਰ ਜੋ ਦੂਸਰੇ ਇਲਾਕੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਸੀ ਉਹਨਾਂ ਇਲਾਕਿਆਂ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਉਹ ਲੋਕ ਭੇਜਦੇ ਸੀ। ਵਿਦਿਆਰਥੀਓ, ਤੁਸੀਂ ਦੇਖੋ ਜਿਵੇਂ ਭਾਰਤ ਦੇ ਯੂਰਪੀ ਦੇਸ਼ਾਂ ਨਾਲ ਵਪਾਰਿਕ ਸੰਬੰਧ, ਉਸ ਵੇਲੇ ਵਪਾਰਿਕ ਸੰਬੰਧ ਜਿਹੜੇ ਉਹ ਸਟਾਰਟ ਹੋਏ ਸੀਗੇ। ਭਾਵ ਤੁਸੀਂ ਦੇਖੋ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਮਸਾਲੇ ਨੇ ਅਲੱਗ-ਅਲੱਗ ਤਰ੍ਹਾਂ ਦੇ। ਵਿਦਿਆਰਥੀਓ, ਤੁਸੀਂ ਇਹ ਜਾਣੋ ਕਿ ਪੁਰਾਣੇ ਸਮੇਂ ਦੇ ਵਿੱਚ ਭਾਰਤ ਤੋਂ ਬਾਹਰਲੇ ਦੇਸ਼ਾਂ ਨੂੰ, ਯੂਰਪੀ ਦੇਸ਼ਾਂ ਨੂੰ ਮਸਾਲੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭੇਜੇ ਜਾਂਦੇ ਸੀ। ਵਿਦਿਆਰਥੀਓ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਔਰ ਖੁਸ਼ੀ ਵੀ ਹੋਏਗੀ ਕਿ ਭਾਰਤ ਦੇ ਜਿਹੜੇ ਮਸਾਲੇ ਨੇ ਇਹਨਾਂ ਦੀ ਡਿਮਾਂਡ पूरे वर्ल्ड दे विच पूरे यूरोप दे विच बहुत ज़्यादा हुंदी सी और उन्हां नूं बहुत ही ज़्यादा चंगे दर्जे दा मन्निया जांदा सी इन्हां मसालियां नूं। और वपार शुरू हो गया भारत दा वख-वख इलाकियां दे नाल, वख-वख देशां दे नाल। जिवें तुसीं देखो असीं जे वपार दी गल करदे तो उस तो पहलां असीं गल करदे हां मेजर अंपायर्स, भाव बहुत वड्डे वड्डे जिहड़े उस वेले शासन सीगे। जिवें तुसीं देखो इस कलर दे विच ये सारा एरिया जिहड़ा है ये पर्शिया दा एरिया है, इहनूं आपां कहने पर्शियन अंपायर। इस तरह ये येलो ये कुछ हल्दी रंग दा जिहड़ा इलाका तुसीं देख रहे हो ये है गुप्ता अंपायर। गुप्ता अंपायर तुसीं देखो इन्हां नूं बोल्ड अखरां दे इत्थे विच वड्डे करके लिखिया होया है मौर्यन एंड गुप्ता अंपायर्स इन इंडिया। भाव मौर्य ਅਤੇ गुप्ता साम्राज भारत ਦੇ ਵਿੱਚ। ਇਸੇ ਤਰ੍ਹਾਂ इधर ਤੁਸੀਂ देखो हान डायनेस्टी इन चाइना। ਇਹ ਸਾਰਾ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਕੁਝ ਬਰਾਊਨ ਦਿਖ ਰਿਹਾ ਤੁਹਾਨੂੰ, ਇਹ ਸਾਰਾ ਏਰੀਆ ਇਹ ਚਾਈਨਾ ਦਾ ਏਰੀਆ। ਔਰ ਤੁਸੀਂ ਦੇਖੋ ਵਿਦਿਆਰਥੀਓ ਇਹ ਜੋ ਤੁਸੀਂ ਰੈੱਡ ਲਾਈਨਸ ਦੇਖ ਰਹੇ ਹੋ ਇਹ ਸਾਰਾ ट्रेड ਦਾ रूट है, ਵਪਾਰ। ਤੁਸੀਂ ਦੇਖੋ ਕਿ ਇਹਨਾਂ ਇਲਾਕਿਆਂ ਇਹ ਸਾਰੇ रूट सी, भाव रूट तो मतलब की है
ਇਹ ਰਾਸਤੇ ਸੀ ਕਿ ਕਿੰਨਾ ਰਾਸਤਿਆਂ ਤੋਂ ਵਪਾਰ ਹੁੰਦਾ ਸੀ ਔਰ ਤੁਸੀਂ ਦੇਖੋ ਵਪਾਰ ਕਿੰਨੀ ਦੂਰ ਤੱਕ ਫੈਲਿਆ ਹੋਇਆ ਸੀ। ਦੇਖੋ ਕਿ ਇਹ ਸਾਡਾ ਭਾਰਤ ਹੈ ਔਰ ਭਾਰਤ ਦੇ ਵਿੱਚ ਇਹ ਮੌਰਿਆ ਤੇ ਗੁਪਤਾ ਅੰਪਾਇਰ ਹੈ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਇਸ ਇਲਾਕੇ ਤੋਂ ਇਹ ਇਜਿਪਟ ਦੇਖ ਰਹੇ ਹੋ, ਤੁਸੀਂ ਅਰੇਬੀਆ ਦੇਖ ਰਹੇ ਹੋ, ਇਹ ਪਰਸ਼ੀਅਨ ਗਲਫ ਹੈ। ਤਾਂ ਇਹਨਾਂ ਇਲਾਕਿਆਂ ਤੋਂ ਜਿਹੜਾ ਉਹ ਵਪਾਰ ਦਾ ਰਾਸਤਾ ਸੀ ਔਰ ਭਾਰਤ ਦੇ ਵਿੱਚ ਹੁੰਦੇ ਹੋਏ ਉਹ ਕਿੱਥੋਂ ਤੱਕ ਜਾਂਦਾ ਸੀ? ਚਾਈਨਾ ਤੱਕ ਜਾਂਦਾ ਸੀ। ਇਸੇ ਤਰ੍ਹਾਂ ਔਰ ਇਹਨਾਂ ਇਲਾਕਿਆਂ ਦੇ ਵਿੱਚ ਵਪਾਰ ਕਿੰਨਾ ਚੀਜ਼ਾਂ ਦਾ ਹੁੰਦਾ ਸੀ? ਦੇਖੋ ਇਹ ਕਲੋਥਸ ਹੈ, ਕੱਪੜੇ ਨੇ, ਦਾਲਾਂ ਨੇ, ਇਸੇ ਤਰ੍ਹਾਂ ਧਾਤੂ ਮੰਗਾਈਆਂ ਜਾਂਦੀਆਂ ਸੀ ਔਰ ਮਸਾਲੇ ਹੁੰਦੇ ਸੀ, ਲੱਕੜੀ ਦਾ ਵਪਾਰ ਹੁੰਦਾ ਸੀ। ਇਸ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਦਾ ਆਦਾਨ ਪ੍ਰਦਾਨ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਹੁੰਦਾ ਸੀ। ਇਸੇ ਤਰ੍ਹਾਂ ਇੰਟਰਨੈਸ਼ਨਲ ਟ੍ਰੇਡ ਰੂਟਸ ਡਿਊਰਿੰਗ ਦਾ ਗੁਪਤਾਸ, ਇਹ ਵੀ ਇੱਕ ਅੰਤਰਰਾਸ਼ਟਰੀ ਜਿਹੜਾ ਵਪਾਰ ਦੇ ਰਾਸਤੇ ਨੇ, ਵਪਾਰ ਦੇ ਰੂਟਸ ਨੇ, ਕਿਸ ਟਾਈਮ ਦੌਰਾਨ? ਡਿਊਰਿੰਗ ਦਾ ਗੁਪਤਾਸ। ਗੁਪਤਾ ਸਾਮਰਾਜ ਜਿਹੜਾ ਸੀ, ਚੰਦਰਗੁਪਤ ਸੀ ਮੌਰਿਆ ਦੀ ਗੱਲ ਕਰਦੇ ਆ, ਤਾਂ ਗੁਪਤਾ ਸਾਮਰਾਜ ਦੇ ਸਮੇਂ ਉਸ ਵੇਲੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਤੌਰ ਤੇ ਜਿਹੜਾ ਟ੍ਰੇਡ ਰੂਟ ਸੀ, ਤੁਸੀਂ ਦੇਖੋ ਕਿੰਨੇ ਇਲਾਕੇ ਨੇ, ਇਹ ਸਾਰਾ ਇਲਾਕਾ। ਇਸੇ ਤਰ੍ਹਾਂ ਤੁਸੀਂ ਇਹ ਕਲਰ ਦੇ ਵਿੱਚ ਦੇਖੋ, ਇਹ ਸਾਰਾ ਜਿਹੜਾ ਹੈ ਇਹ ਸਾਡਾ ਭਾਰਤ ਦੇ ਵਿੱਚ ਉਸ ਵੇਲੇ ਦੇਖੋ ਤੁਸੀਂ ਸੁੰਗ ਵੰਸ਼ ਰਾਜ ਕਰਦਾ ਸੀ ਔਰ ਉਸ ਵੇਲੇ ਇਹ ਮਗਧ ਦਾ ਇਲਾਕਾ ਹੈ, ਇਹ ਨਲੰਦਾ ਹੈ, ਪਾਟਲੀਪੁੱਤਰ ਹੈ, ਇਹ ਕਲਕੱਤਾ ਹੈ, ਇਧਰ ਦੇਖੋ ਉੱਪਰ ਕਸ਼ਮੀਰ ਹੈ, ਇਹ ਪੰਜਾਬ ਹੈ। ਤਾਂ ਇਹਨਾਂ ਇਲਾਕਿਆਂ, ਇਹ ਸਾਰੇ ਇਲਾਕੇ ਜਿਹੜੇ ਹੈ ਉਸ ਵੇਲੇ ਗੁਪਤਾ ਰਾਜਿਆਂ ਦੇ ਸਮੇਂ ਅੰਤਰਰਾਸ਼ਟਰੀ ਵਪਾਰ ਮਾਰਗਾਂ ਦੇ ਨਾਲ ਜੁੜੇ ਹੋਏ ਸੀ। ਇਸ ਤਰ੍ਹਾਂ ਅਸੀਂ ਨੈਕਸਟ ਦੇਖਦੇ ਹਾਂ। ਇਹ ਤੁਸੀਂ ਦੇਖੋ ਵਿਦਿਆਰਥੀਓ, ਇਹ ਵਰਲਡ ਦਾ ਮੈਪ ਹੈ। ਇਹ ਇਲਾਕਾ ਜਿਹੜਾ ਹੈ ਉਹ ਦੇਖੋ ਇਹ ਇੰਡੀਆ ਹੈ। ਇਸ ਦੇ ਵਿੱਚ ਇਹ ਵੀ ਵੱਖਰੇ ਵੱਖਰੇ ਜਿਹੜੇ ਵੱਡੇ ਵਪਾਰ ਦੇ ਮੇਜਰ ਟ੍ਰੇਡ ਰੂਟਸ, ਵਪਾਰ ਦੇ ਜਿਹੜੇ ਵੱਡੇ ਰਾਸਤੇ ਸੀਗੇ, ਵੱਡੇ ਰੂਟ ਸੀ, ਉਹ ਕਿਹੜੇ ਸੀ? ਤੁਸੀਂ ਦੇਖੋ ਇਹ ਰੈੱਡ ਕਲਰ ਰੂਟ ਦੇਖ ਰਹੇ ਹੋ, ਇਹ ਕਿਹੜਾ ਰੂਟ ਸੀ ਵਿਦਿਆਰਥੀਓ? ਇਹ ਸੀ ਸਿਲਕ ਰੋਡ ਟ੍ਰੇਡ ਰੂਟਸ। ਸਿਲਕ ਦਾ ਵਪਾਰ ਹੁੰਦਾ ਸੀ ਇਸ ਰਾਸਤੇ ਥਾਣੀ, ਇਸ ਰਾਸਤੇ ਦੇ ਥਰੂ। ਇਸੇ ਤਰ੍ਹਾਂ ਤੁਸੀਂ ਇਹ ਦੇਖੋ ਗ੍ਰੀਨ ਵਾਲਾ ਜਿਹੜਾ ਪੋਰਸ਼ਨ ਦੇਖ ਰਹੇ ਹੋ, ਇਹ ਬੈਲਟਿਕ ਬਲੈਕ ਸੀ ਹੈ ਟ੍ਰੇਡ ਰੂਟਸ। ਬੈਲਟਿਕ ਬਲੈਕ ਸੀ ਜਿਹੜਾ ਸਮੁੰਦਰੀ ਜਿਹੜਾ ਸਮੁੰਦਰ ਸੀਗਾ, ਬੈਲਟਿਕ ਬਲੈਕ ਸੀ, ਉਸ ਦੇ ਵਿੱਚ ਵਪਾਰ ਹੁੰਦਾ ਸੀ। ਇਸ ਤਰ੍ਹਾਂ ਇਹ ਇਲਾਕਾ ਤੁਸੀਂ ਦੇਖ ਰਹੇ ਹੋ, ਇਹ ਵੈਸਟਰਨ ਯੂਰਪੀਅਨ ਟ੍ਰੇਡ ਰੂਟ ਸੀਗੇ। ਇਸੇ ਤਰ੍ਹਾਂ ਟ੍ਰਾਂਸਹਾਰਨ ਟ੍ਰੇਡ ਰੂਟਸ ਹੈ ਬਲੂ ਕਲਰ ਵਾਲਾ। ਇਸੇ ਤਰ੍ਹਾਂ ਅਰੇਬੀਅਨ ਮੈਰੀਟਾਈਮ ਟ੍ਰੇਡ ਰੂਟਸ ਨੇ ਯੈਲੋ ਕਲਰ ਦੇ ਵਿੱਚ ਤੁਸੀਂ ਦੇਖ ਰਹੇ ਹੋ। ਇਹ ਜਿਹਨੂੰ ਅਸੀਂ ਭਾਰਤ ਦੇ ਨੀਚੇ ਅਸੀਂ ਗੱਲ ਕਰਦੇ ਹਾਂ ਨਾ ਅਰਬ ਸਾਗਰ, ਇਹ ਉਹ ਵਾਲਾ ਇਲਾਕਾ ਹੈ ਬੇਟਾ। ਇਸੇ ਤਰ੍ਹਾਂ ਇਹ ਸਾਊਥ ਈਸਟ ਏਸ਼ੀਅਨ ਟ੍ਰੇਡ ਰੂਟਸ ਨੇ ਜਿਹੜਾ ਤੁਸੀਂ ਪਰਪਲ ਰੰਗ ਦੇ ਵਿੱਚ ਦੇਖ ਰਹੇ ਹੋ। ਤਾਂ ਇਹ ਸਾਰੇ ਵਪਾਰ ਮਾਰਗ, ਕਿਉਂਕਿ ਇਹ ਆਪਾਂ ਗੱਲਾਂ ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ ਈਸਟ ਇੰਡੀਆ ਕੰਪਨੀ ਦੀ ਗੱਲ ਕਰ ਰਹੇ ਹਾਂ, ਤਾਂ ਅਸੀਂ ਉਸ ਦੇ ਪਿਛੋਕੜ ਦੇ ਵਿੱਚ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਔਰ ਭਾਰਤ ਦਾ ਵੱਖਰੇ ਵੱਖਰੇ ਦੇਸ਼ਾਂ ਦੇ ਨਾਲ ਉਸ ਵੇਲੇ ਵਪਾਰ ਹੁੰਦਾ ਸੀ। ਇਹ ਤੁਸੀਂ ਦੇਖੋ ਕਿ ਇਹ ਸਿਲਕ ਰੂਟ ਹੈ ਰੈੱਡ ਵਾਲਾ। ਇਹ ਦੇਖੋ ਤੁਸੀਂ ਇਹ ਸਾਰਾ ਜਿਹੜਾ ਇਲਾਕਾ ਹੈ ਇਹ ਵਰਲਡ ਦਾ ਮੈਪ ਹੈ। ਇਹ ਇਜਿਪਟ ਹੈ, ਅਰੇਬੀਆ, ਪਰਸ਼ੀਆ, ਸੋਮਾਲੀਆ, ਇਹ ਆਪਣਾ ਭਾਰਤ ਦੇਸ਼ ਹੈ, ਇੰਡੀਆ, ਔਰ ਇਧਰ ਸੱਜੇ ਪਾਸੇ ਦੇਖੋ ਇਹ ਚਾਈਨਾ ਹੈ। ਔਰ ਇਹ ਜਿਹੜਾ ਰੈੱਡ ਕਲਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹ ਕੀ ਹੈ? ਸਿਲਕ ਰੂਟ। ਸਿਲਕ ਦਾ ਵਪਾਰ ਇਸ ਰਾਸਤੇ ਥਾਣੀ ਹੁੰਦਾ ਸੀ, ਜੋ ਕਿ ਰੈੱਡ ਲਾਈਨ ਦੇ ਵਿੱਚ ਅਸੀਂ ਦੇਖ ਰਹੇ ਹਾਂ। ਇਸੇ ਤਰ੍ਹਾਂ ਸਪਾਈਸ ਟ੍ਰੇਡ ਰੂਟਸ ਮਤਲਬ ਮਸਾਲੇ, ਜਿਹੜੇ ਮਸਾਲਿਆਂ ਦਾ ਵਪਾਰ ਉਹ ਕਿਹੜੇ ਰੰਗ ਦੇ ਵਿੱਚ ਹੈ? ਬਲੂ। ਤਾਂ ਬਲੂ ਸ਼ੇਡ ਜੋ ਤੁਸੀਂ ਦੇਖ ਰਹੇ ਹੋ, ਇਹਨਾਂ ਰਾਸਤਿਆਂ ਦੇ ਥਾਣੀ ਉਸ ਵੇਲੇ ਮਸਾਲਿਆਂ ਦਾ ਵਪਾਰ ਜਿਹੜਾ ਹੁੰਦਾ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਅੱਗੇ ਕਿ ਤੁਰਕਾਂ ਦਾ ਸਾਮਰਾਜ ਵਪਾਰਿਕ ਰਾਸਤੇ ਬੰਦ। ਭਾਵ ਇਸ ਦਾ ਕੀ ਮਤਲਬ ਹੈ ਕਿ ਵਿਦਿਆਰਥੀਓ 15ਵੀਂ ਸਦੀ ਦੇ ਵਿੱਚ ਤੁਰਕਾਂ ਨੇ, ਟਰਕਿਸ਼ ਨੇ ਉਸ ਵੇਲੇ ਵੱਖ-ਵੱਖ ਇਲਾਕਿਆਂ ਤੇ ਭਾਰਤ ਦੇ ਕਬਜ਼ਾ ਕਰ ਲਿਆ ਸੀ
ਔਰ ਉਸ ਕਬਜ਼ੇ ਦੇ ਨਾਲ ਉਹਨਾਂ ਨੇ ਭਾਰਤ ਦੇ ਵਿੱਚ ਜਿਹੜੇ ਵਪਾਰ ਹੁੰਦੇ ਸੀ ਦੂਸਰੇ ਦੇਸ਼ਾਂ ਦੇ ਥਰੂ, ਉਹ ਸਾਰੇ ਉਹਨਾਂ ਨੇ ਬੰਦ ਕਰ ਦਿੱਤੇ ਸੀ। ਇਸ ਦੇ ਨਾਲ ਬੜੀ ਮੁਸ਼ਕਲ ਖੜੀ ਹੋ ਗਈ ਔਰ ਉਸ ਮੁਸ਼ਕਲ ਦੇ ਕਾਰਨ ਜਿਹੜੇ ਵਪਾਰੀ ਸੀ ਔਰ ਜਾਂ ਦੂਸਰੇ ਹੋਰ ਕਈ ਐਸੇ ਅਲੱਗ-ਅਲੱਗ ਦੇਸ਼ਾਂ ਤੋਂ ਜਿਹੜੇ ਵਪਾਰੀ ਵਰਗ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਫਿਰ ਅਲੱਗ ਰਾਸਤੇ ਲੱਭਣੇ ਸਟਾਰਟ ਕਰ ਦਿੱਤੇ ਸੀ। ਤਾਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਤੁਸੀਂ ਦੇਖੋ, ਤੁਸੀਂ ਦੇਖ ਰਹੇ ਹੋ ਨਾ ਕਿ ਨਵੇਂ ਸਮੁੰਦਰੀ ਰਸਤਿਆਂ ਦੀ ਖੋਜ, ਦਾ ਏਜ ਆਫ ਐਕਸਪਲੋਰੇਸ਼ਨ। ਇਹ ਤੁਸੀਂ ਦੇਖੋ ਕਿਸ ਤਰ੍ਹਾਂ ਵੱਡਾ ਸਮੁੰਦਰ ਦਿਖਾਇਆ ਗਿਆ ਔਰ ਉਸ ਦੇ ਵਿੱਚ ਸਮੁੰਦਰੀ ਜਹਾਜ਼। ਵਿਦਿਆਰਥੀਓ, ਉਸ ਵੇਲੇ ਫਿਰ ਨਵੇਂ ਰਾਸਤੇ ਲੱਭਣੇ ਸ਼ੁਰੂ ਕੀਤੇ, ਨਵੇਂ ਸਮੁੰਦਰੀ ਰਸਤਿਆਂ ਦੀ ਖੋਜ ਸਟਾਰਟ ਹੋਈ ਸੀ ਕਿ ਕਿਸ ਤਰ੍ਹਾਂ ਅਲੱਗ-ਅਲੱਗ ਹੋਰ ਰੂਟ ਲੱਭੇ ਜਾਣ। ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਾਸਕੋ ਡੀ ਗਾਮਾ, ਵਿਦਿਆਰਥੀਓ, ਇਹ ਪੁਰਤਗਾਲੀ ਸੀ, ਪੁਰਤਗੀ ਸੀ, ਜੋ ਕਿ ਇੱਕ ਕਪਤਾਨ ਸੀ ਔਰ ਇਸ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਇਲਾਕਿਆਂ ਨੂੰ ਲੱਭਣ ਦਾ ਬਹੁਤ ਸ਼ੌਕ ਸੀ। ਆਪਣੇ ਸਮੁੰਦਰੀ ਜਹਾਜ਼ ਤੇ ਇਹ ਵੱਖ-ਵੱਖ ਇਲਾਕਿਆਂ ਨੂੰ ਲੱਭਣ ਦੇ ਲਈ ਹਮੇਸ਼ਾ ਤਤਪਰ ਰਹਿੰਦਾ ਸੀ, ਬਹੁਤ ਕੋਸ਼ਿਸ਼ ਕਰਦਾ ਸੀ ਔਰ ਇਹਨਾਂ ਦੀ ਬੜੀ ਦਿਲੀ ਇੱਛਾ ਸੀ ਵਾਸਕੋ ਡੀ ਗਾਮਾ ਦੀ ਕਿ ਇਹ ਅਮਰੀਕਾ ਦੀ ਖੋਜ ਕਰਨੀ ਚਾਹੁੰਦੇ ਸੀ। ਪਰ ਵਿਦਿਆਰਥੀਓ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਅਮਰੀਕਾ ਤਾਂ ਨਹੀਂ ਪਹੁੰਚੇ, ਪਰ ਇਹ ਕਿੱਥੇ ਪਹੁੰਚੇ? ਪਹਿਲਾਂ ਇਹ ਇੰਡੀਆ ਪਹੁੰਚੇ ਸੀ। ਤਾਂ ਵਾਸਕੋ ਡੀ ਗਾਮਾ 1498 ਈਸਵੀ ਦੇ ਵਿੱਚ ਉਹ ਕਾਲੀਕਟ ਵਿਖੇ ਪਹੁੰਚੇ। ਇਹ ਦੇਖੋ ਤੁਸੀਂ, ਆਏ ਕਿੱਥੋਂ ਸੀ ਵਾਸਕੋ ਡੀ ਗਾਮਾ? ਇਹ ਹੈ ਪੁਰਤਗਾਲ, ਜਿਸ ਨੂੰ ਅਸੀਂ ਕਹਿੰਦੇ ਹਾਂ ਪੁਰਤਗਾਲੀ ਔਰ ਇੰਗਲਿਸ਼ ਬੋਲਦੇ ਹਾਂ ਪੁਰਤਗੀਜ਼। ਔਰ ਦੇਖੋ ਕਿੱਥੋਂ ਚੱਲੇ, ਸਮੁੰਦਰ ਹੈ ਇਹ, ਜਿਹੜਾ ਸਾਰਾ ਬਲੂ ਏਰੀਆ ਦੇਖ ਰਹੇ ਹੋ ਵਿਦਿਆਰਥੀਓ, ਇਹ ਸਾਰਾ ਸਮੁੰਦਰ ਹੈ। ਇਹ ਕਿਹੜਾ ਸਮੁੰਦਰ ਹੈ? ਐਟਲਾਂਟਿਕ ਓਸ਼ੀਅਨ। ਔਰ ਇਹ ਦੇਖੋ ਇੰਡੀਅਨ ਓਸ਼ੀਅਨ। ਓਸ਼ੀਅਨ ਕੀ ਹੁੰਦਾ ਹੈ? ਸਮੁੰਦਰ। ਪੁਰਤਗਾਲ ਤੋਂ ਉਹ ਚੱਲੇ ਲਿਸਬਨ ਔਰ ਕੇਪ ਵਰਡ ਆਈਲੈਂਡ ਹੁੰਦੇ ਹੋਏ ਹੌਲੀ ਹੌਲੀ ਉਹ ਸੇਂਟ ਹੈਲੀਨਾ ਬੇ, ਇਸ ਤਰ੍ਹਾਂ ਮੌਸਲ ਬੇ ਹੁੰਦੇ ਹੋਏ ਉਹ ਇਹ ਸਾਰਾ ਅਫਰੀਕਾ ਦਾ ਇਲਾਕਾ ਹੈ। ਔਰ ਇੱਥੋਂ ਹੁੰਦੇ ਹੋਏ ਉਹ ਮੋਬਾਸਾ ਤੋਂ ਉਹ ਕਿੱਥੇ ਪਹੁੰਚੇ? ਕਾਲੀਕਟ। ਔਰ ਇੱਥੇ ਆ ਕੇ ਉਹ ਭਾਰਤ ਪਹੁੰਚੇ। ਤਾਂ ਅਸੀਂ ਮੰਨਦੇ ਹਾਂ, ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਜਦੋਂ ਪੁੱਛਿਆ ਜਾਂਦਾ ਕਿ ਭਾਰਤ ਦੀ ਖੋਜ ਕਿਸ ਨੇ ਕੀਤੀ ਤਾਂ ਤੁਸੀਂ ਬਹੁਤ ਆਸਾਨੀ ਦੇ ਨਾਲ ਜਵਾਬ ਦੇ ਦਿੰਦੇ ਹੋ ਕਿ 1498 ਦੇ ਵਿੱਚ ਵਾਸਕੋ ਡੀ ਗਾਮਾ ਨੇ ਖੋਜ ਕੀਤੀ ਸੀ। ਤਾਂ ਇਸ ਤਰ੍ਹਾਂ ਇਹ ਸਮੁੰਦਰੀ ਰਾਸਤਾ ਇੱਕ ਲੱਭਿਆ ਗਿਆ। ਸਟੂਡੈਂਟਸ, ਤੁਸੀਂ ਸਿਰਫ ਇਹ ਨਾ ਸੋਚੋ ਕਿ ਸਿਰਫ ਪੁਰਤਗਾਲੀ ਹੀ ਜਾਂ ਵਾਸਕੋ ਡੀ ਗਾਮਾ ਹੀ ਸਮੁੰਦਰੀ ਰਾਸਤੇ ਉਹਨਾਂ ਨੇ ਲੱਭਣੇ ਸ਼ੁਰੂ ਕੀਤੇ ਸੀ। ਤੁਸੀਂ ਦੇਖੋ ਕਿ 1500 ਤੋਂ 1501 ਦੇ ਦੌਰਾਨ ਪੈਡਰੋ ਐਲਵੇਰਸ ਕੈਬਰਲ ਨੇ ਵੀ ਸਮੁੰਦਰੀ ਯਾਤਰਾ ਕੀਤੀ ਸੀ। ਤੁਸੀਂ ਦੇਖੋ ਕਿਸ ਤਰ੍ਹਾਂ, ਇਹ ਦੇਖ ਰਹੇ ਹੋ ਤੁਸੀਂ ਐਰੋ, ਕਿ ਇਸ ਰਾਸਤੇ ਥਾਣੀ ਉਹ ਗਏ। ਸਮੁੰਦਰੀ ਰਾਸਤਿਆਂ ਨੂੰ ਲੱਭਦੇ ਲੱਭਦੇ ਉਹ ਵੀ ਦੇਖੋ, ਇਹ ਅਫਰੀਕਾ ਹੈ, ਇਹ ਸਾਰਾ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਨਾ, ਉਹ ਅਫਰੀਕਾ ਪਹੁੰਚੇ। ਫਿਰ ਉੱਥੋਂ ਹੁੰਦੇ ਹੋਏ ਉਹ ਕਿਸ ਪਾਸੇ ਪਹੁੰਚੇ? ਉਹ ਵੀ ਇੰਡੀਆ ਪਹੁੰਚੇ ਸੀ। ਤੁਸੀਂ ਦੇਖੋ ਅੰਜਦੀਪ ਹੈ, ਕਨੂਰ ਹੈ, ਕੋਚੀ ਹੈ, ਕਾਲੀਕਟ ਹੈ। ਤਾਂ ਭਾਰਤੀ ਜਿਹੜਾ ਇਹ ਇੰਡੀਅਨ ਓਸ਼ੀਅਨ ਦੇ ਥਰੂ ਹੁੰਦੇ ਹੋਏ ਉਹ ਲੋਕ ਉੱਥੇ ਪਹੁੰਚੇ। ਫਿਰ ਉੱਥੋਂ ਵਾਪਸ ਵੀ ਆਏ, ਅਰੇਬੀਅਨ ਸੀ, ਅਰਬ ਸਾਗਰ ਤੋਂ ਹੁੰਦੇ ਹੋਏ ਉਹ ਫਿਰ ਵਾਪਸ। ਤੁਸੀਂ ਦੇਖੋ ਇਹ ਰੂਟ ਉਹਨਾਂ ਦੀ ਵਾਪਸੀ ਦਾ ਅਸੀਂ ਦੇਖ ਰਹੇ ਹਾਂ, ਇਹ ਵਾਲਾ ਰੂਟ। ਤਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਰਾਸਤਿਆਂ ਦੀ ਸਮੁੰਦਰੀ ਨਵੇਂ-ਨਵੇਂ ਰਾਸਤੇ ਜਿਹੜੇ ਲੱਭੇ ਗਏ ਵਪਾਰ ਕਰਨ ਦੇ ਲਈ, ਉਹ ਸਿਰਫ ਪੁਰਤਗਾਲੀ ਨੇ ਨਹੀਂ ਲੱਭੇ, ਉਹ ਵੱਖ-ਵੱਖ ਹੋਰ ਜਿਹੜੇ ਉਸ ਵੇਲੇ ਖੋਜੀ ਸੀਗੇ ਉਹਨਾਂ ਨੇ ਵੀ ਉਸ ਵੇਲੇ ਲੱਭੇ ਸੀ। ਇਸ ਤਰ੍ਹਾਂ ਵਿਦਿਆਰਥੀਓ, ਪੁਰਤਗਾਲੀਆਂ ਅਤੇ ਫਰਾਂਸੀਸੀਆਂ ਦਾ ਭਾਰਤ ਦੇ ਨਾਲ ਵਪਾਰ ਸ਼ੁਰੂ ਹੋਇਆ। ਇਹ ਤੁਸੀਂ ਦੇਖੋ ਇਹ ਸਾਰਾ ਇੰਡੀਆ ਹੈ। ਔਰ ਤੁਸੀਂ ਦੇਖੋ ਕਿ ਜਦੋਂ ਪੁਰਤਗਾਲੀ ਆਏ, ਕਿਉਂਕਿ ਜਦੋਂ ਭਾਰਤ ਦੇ ਵਿੱਚ ਇਹ ਲੋਕ ਸਭ ਤੋਂ ਪਹਿਲਾਂ ਪੁਰਤਗਾਲੀ ਆਏ ਸੀ, ਕਿਉਂਕਿ ਵਾਸਕੋ ਡੀ ਗਾਮਾ ਪੁਰਤਗਾਲੀ ਸੀ, ਪੁਰਤਗਾਲੀਆਂ ਤੋਂ ਬਾਅਦ ਫਰਾਂਸੀਸੀ ਆਏ, ਇਸੇ ਤਰ੍ਹਾਂ ਡੱਚ ਲੋਕ ਆਏ ਸੀਗੇ, ਅੱਗੇ ਅਸੀਂ ਪੜਾਂਗੇ, ਔਰ ਇਸੇ ਤਰ੍ਹਾਂ ਅੰਗਰੇਜ਼ ਆਏ ਸੀ, ਈਸਟ ਇੰਡੀਆ ਕੰਪਨੀ, ਜੋ ਕਿ ਸਾਡਾ ਮੇਨ ਜਿਹੜਾ ਹੈ ਟੌਪਿਕ ਹੈਗਾ। ਤਾਂ ਅਸੀਂ
ਇਹ ਨਾਲ ਜਾਣ ਰਹੇ ਹਾਂ ਵਿਦਿਆਰਥੀਓ, ਤਾਂ ਆਪਣੀ ਜਾਣਕਾਰੀ ਦੇ ਵਿੱਚ ਵੀ ਵਾਧਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਵਪਾਰ ਕਰਨ ਦੇ ਲਈ ਉਹ ਭਾਰਤ ਦੇ ਵਿੱਚ ਉਹ ਸਾਰੇ ਆਏ ਸਨ। ਤਾਂ ਇੱਥੇ ਅਸੀਂ ਦੇਖਦੇ ਹਾਂ ਕਿ ਪੁਰਤਗਾਲੀ ਅਤੇ ਫਰਾਂਸੀਸੀਆਂ ਦਾ ਭਾਰਤ ਦੇ ਨਾਲ ਵਪਾਰ ਜਦੋਂ ਹੋਇਆ ਤਾਂ ਉਹਨਾਂ ਨੇ ਆਪਣੀਆਂ ਬਸਤੀਆਂ ਕਿੱਥੇ ਕਾਇਮ ਕੀਤੀਆਂ ਸੀ। ਤੁਸੀਂ ਦੇਖੋ ਕਿ ਇਹ ਜੋ ਕਲਰ ਹੈ ਫ੍ਰੈਂਚ ਇੰਡੀਆ, ਭਾਵ ਫਰਾਂਸੀਸੀ ਇੱਥੇ, ਇਹ ਤੁਸੀਂ ਇਲਾਕਾ ਦੇਖੋ, ਪੌਂਡੀਚੇਰੀ ਦੇਖੋ, ਇਹ ਹੈ ਕਾਰੀਕਲ ਇਹ ਇਲਾਕਾ, ਔਰ ਇਹ ਕਲਕੱਤਾ ਹੈ, ਕੋਲਕਾਤਾ ਜਿਸ ਨੂੰ ਪਹਿਲਾਂ ਅੱਜ ਦੀ ਡੇਟ 'ਚ ਕਿਹਾ ਜਾਂਦਾ ਹੈ, ਪਹਿਲਾਂ ਕਲਕੱਤਾ ਕਿਹਾ ਜਾਂਦਾ ਸੀ, ਅੱਜ ਦੀ ਡੇਟ 'ਚ ਕੀ ਕਹਿ ਕੇ ਬੁਲਾਇਆ ਜਾਂਦਾ ਹੈ, ਕੋਲਕਾਤਾ। ਤਾਂ ਇੱਥੇ ਫਰਾਂਸੀਸੀਆਂ ਨੇ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ ਸੀਗੀਆਂ ਵਪਾਰ ਦੇ ਲਈ। ਔਰ ਇਹ ਦੇਖੋ ਤੁਸੀਂ, ਇਹ ਕਿਹੜਾ ਕਲਰ ਹੈ, ਯੈਲੋ, ਪੁਰਤਗੀਜ਼ ਇੰਡੀਆ, ਪੁਰਤਗਾਲੀ ਜਿਹੜੇ ਸੀ ਜਦੋਂ ਇੰਡੀਆ ਵਿੱਚ ਆਏ ਤਾਂ ਉਹਨਾਂ ਨੇ ਇਹ ਦੇਖੋ ਯੈਲੋ, ਇਹ ਯੈਲੋ ਕਲਰ ਹੈ, ਇਹ ਹੈ ਯੈਲੋ ਕਲਰ। ਇਹਨਾਂ ਇਲਾਕਿਆਂ ਦੇ ਵਿੱਚ ਪੁਰਤਗਾਲੇ ਨੇ ਆਪਣੀਆਂ ਬਸਤੀਆਂ ਉਹ ਕਾਇਮ ਕਰ ਲਈਆਂ ਸੀ। ਦੇਖੋ ਦਿਊ, ਦਰਨ, ਇਸੇ ਤਰ੍ਹਾਂ ਦਾਦਰ ਨਗਰ ਹਵੇਲੀ ਔਰ ਗੋਆ, ਇਹ ਉਹਨਾਂ ਦੇ ਮੇਨ ਜਿਹੜੇ ਹੈ ਉਸ ਵੇਲੇ ਸੈਂਟਰ ਸੀਗੇ ਵਪਾਰ ਦੇ, ਜਿਹੜੇ ਮੇਨ ਹੱਬ ਜਿਹਨੂੰ ਅਸੀਂ ਕਹਿ ਸਕਦੇ ਹਾਂ, ਸੈਂਟਰ ਕਹਿ ਸਕਦੇ ਹਾਂ। ਇਸੇ ਤਰ੍ਹਾਂ ਡੱਚਾਂ ਨਾਲ ਵਪਾਰ, ਜਿਵੇਂ ਮੈਂ ਤੁਹਾਨੂੰ ਹੁਣੇ ਵਿਦਿਆਰਥੀਓ ਗੱਲ ਕੀਤੀ ਹੈ ਕਿ ਡੱਚ ਲੋਕ ਵੀ ਆਏ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ। ਦੇਖੋ ਕਿ ਇਹ ਡੱਚ ਟ੍ਰੇਡ ਰੂਟ ਹੈ, ਡੱਚ ਲੋਕ ਦੇਖੋ ਕਿੰਨੀ ਦੂਰ ਦੂਰ ਤੱਕ, ਇਹ ਸਾਰਾ ਵਰਲਡ ਮੈਪ ਹੈ, ਔਰ ਦੇਖੋ ਕਿੰਨਾ ਵੱਡਾ ਰੂਟ ਉਹ ਲੋਕ ਕਵਰ ਕਰਦੇ ਸੀ। ਇਹ ਸਾਰਾ ਜਿਹੜਾ ਪਰਪਲ ਲਾਈਨ ਤੁਸੀਂ ਦੇਖ ਰਹੇ ਹੋ, ਇਹ ਸਾਰਾ ਉਹਨਾਂ ਦੇ ਵਪਾਰ ਦਾ ਰਸਤਾ ਹੈ। ਔਰ ਵਿਦਿਆਰਥੀਓ ਇਹ ਸਾਰਾ ਵਪਾਰ ਉਸ ਵੇਲੇ ਸਮੁੰਦਰ ਦੇ ਰਾਸਤੇ ਥਾਣੇ ਹੀ ਹੁੰਦਾ ਸੀ, ਕਿਉਂਕਿ ਨਵੇਂ ਸਮੁੰਦਰੀ ਰਾਸਤਿਆਂ ਦੀ ਖੋਜ ਹੋ ਚੁੱਕੀ ਸੀ। ਤੁਸੀਂ ਦੇਖੋ ਇੰਡੀਆ ਤੱਕ ਪਹੁੰਚ ਰਹੇ ਇੱਧਰ, ਔਰ ਉਸ ਤੋਂ ਬਾਅਦ ਅੱਗੇ ਜਾਪਾਨ ਤੱਕ ਜਾ ਰਹੇ ਹੈ। ਔਰ ਇਹ ਤੁਸੀਂ ਦੇਖੋ, ਇਹ ਗ੍ਰੀਨ ਏਰੀਆ ਅੰਡਰ ਡੱਚ ਕੰਟਰੋਲ, ਡੱਚ ਲੋਕਾਂ ਦੇ ਕੰਟਰੋਲ ਦੇ ਥੱਲੇ ਇਹ ਏਰੀਆ ਸੀ। ਕੁਝ ਇਹ ਏਰੀਆ ਤੁਸੀਂ ਦੇਖ ਰਹੇ ਹੋ, ਕੁਝ ਇਹ ਏਰੀਆ ਦੇਖ ਰਹੇ ਹੋ। ਇਸੇ ਤਰ੍ਹਾਂ ਪੋਰਟ ਅੰਡਰ ਡੱਚ ਕੰਟਰੋਲ, ਭਾਵ ਪੋਰਟ ਕਿਹਨੂੰ ਕਿਹਾ ਜਾਂਦਾ ਹੈ, ਜਿੱਥੇ ਬੰਦਰਗਾਹ ਹੁੰਦੀ ਹੈ। ਬੰਦਰਗਾਹ ਕੀ ਹੁੰਦੀ ਹੈ, ਸਮੁੰਦਰ ਦੇ ਕੰਢੇ ਤੇ ਉਹ ਸਥਾਨ ਜਿੱਥੇ ਸਮੁੰਦਰੀ ਜਹਾਜ਼ ਖੜਦੇ ਹਨ, ਜਿੱਥੋਂ ਸਮਾਨ ਜਾਂ ਆਦਮੀ ਉਹਨਾਂ ਜਹਾਜ਼ਾਂ ਤੇ ਚੜ੍ਹਦੇ ਹਨ ਜਾਂ ਸਮਾਨ ਲੋਡ ਕੀਤਾ ਜਾਂਦਾ, ਉਹ ਵਿਦਿਆਰਥੀਓ ਉਸ ਨੂੰ ਕਿਹਾ ਜਾਂਦਾ ਬੰਦਰਗਾਹ। ਉੱਥੋਂ ਫਿਰ ਜਹਾਜ਼ ਅੱਗੇ ਚਲੇ ਜਾਂਦੇ ਆ। ਲਾਈਕ ਤੁਸੀਂ ਦੇਖੋ ਇਹ ਵਾਲਾ ਏਰੀਆ ਹੈ ਸਾਡੇ, ਦੇਖੋ ਭਾਰਤ ਦੇ ਵਿੱਚ ਇਹ ਦੋ ਸਪੌਟ ਰੈੱਡ ਕਲਰ ਦੇ ਦਿਖ ਰਹੇ ਇਸ ਤਰ੍ਹਾਂ, ਇਹ ਕਲਕੱਤੇ ਦੇ ਨੇੜੇ ਸਾਨੂੰ ਦਿਖ ਰਿਹਾ ਸਪੌਟ। ਇਹ ਸਾਰੀਆਂ ਬੰਦਰਗਾਹਾਂ ਸੀ ਉਸ ਵੇਲੇ ਜਿਹੜੀਆਂ ਕਿ ਡੱਚਾਂ ਦੇ ਕੰਟਰੋਲ ਦੇ ਥੱਲੇ ਸੀ, ਔਰ ਬਾਕੀ ਹੋਰ ਕਈ ਜਿਹੜੇ ਉਹ ਪੋਰਟ ਸੀਗੇ, ਕਈ ਬੰਦਰਗਾਹਾਂ ਸੀਗੀਆਂ। ਫਿਰ ਆਉਨੇ ਆ ਅਸੀਂ ਅੰਗਰੇਜ਼ਾਂ ਦੇ ਨਾਲ ਵਪਾਰ, ਕਿ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਵਪਾਰ ਸ਼ੁਰੂ ਕੀਤਾ ਸੀ। ਇਹ ਤੁਸੀਂ ਦੇਖੋ ਨੀਚੇ ਕੀ ਹੈ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਵਿਦਿਆਰਥੀਓ ਕਿ ਭਾਰਤ ਦੇ ਵਿੱਚ ਅੰਗਰੇਜ਼ ਕੀ ਕਰਨ ਆਏ ਸੀ, ਵਪਾਰ ਕਰਨ ਆਏ ਸੀ। ਔਰ ਇਹ ਜਿਹੜੇ ਵੀ ਇਹ ਸੀ, ਜਿਵੇਂ ਅਸੀਂ ਜਾਣਿਆ ਕਿ ਪੁਰਤਗਾਲੀ ਸੀ, ਡੱਚ ਸੀ, ਫਰਾਂਸੀਸੀ ਸੀ ਤੇ ਅੰਗਰੇਜ਼, ਇਹਨਾਂ ਦੇ ਵਿੱਚ ਨਾ ਇੱਕ ਵਪਾਰ ਯੁੱਧ ਸ਼ੁਰੂ ਹੋ ਗਿਆ ਸੀ। ਦੇਖੋ ਵਪਾਰ ਯੁੱਧ, ਭਾਵ ਵਪਾਰ ਦੇ ਵਿੱਚ ਸਾਰੇ ਕਹਿੰਦੇ ਸੀ, ਪੁਰਤਗਾਲੀ ਕਹਿੰਦੇ ਸੀ ਅਸੀਂ ਸਭ ਤੋਂ ਸ਼ਕਤੀਸ਼ਾਲੀ ਹਾਂ, ਔਰ ਡੱਚ ਲੋਕ ਕਹਿੰਦੇ ਸੀ ਅਸੀਂ ਸਭ ਤੋਂ ਸ਼ਕਤੀਸ਼ਾਲੀ ਹਾਂ। ਇਸੇ ਤਰ੍ਹਾਂ ਫਰਾਂਸੀਸੀ ਮੰਨਦੇ ਸੀ ਕਿ ਸਾਡੇ ਤੋਂ ਘੱਟ ਕੋਈ ਨਹੀਂ ਹੈ, ਔਰ ਅੰਗਰੇਜ਼ ਮੰਨਦੇ ਸੀ ਕਿ ਅਸੀਂ ਵਪਾਰ ਦੇ ਵਿੱਚ ਨੰਬਰ 1 ਹਾਂ। ਤਾਂ ਉਹਨਾਂ ਦੇ ਵਿੱਚ ਇੱਕ ਦੂਜੇ ਨੂੰ ਦੇ ਉੱਪਰ ਜ਼ਿਆਦਾ ਹਾਵੀ ਹੋਣ ਦੇ ਲਈ ਉਹਨਾਂ ਦੇ ਵਿੱਚ ਫਿਰ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ। ਅੰਦਰੂਨੀ ਬਗਾਵਤ ਦੇ ਕਾਰਨ ਕੀ ਸੀਗੇ, ਘੱਟ ਕੀਮਤ ਤੇ ਖਰੀਦਣਾ। ਵਿਦਿਆਰਥੀਓ ਵਪਾਰੀ ਲੋਕ ਕੀ ਕਰਦੇ ਨੇ, ਉਹ ਘੱਟ ਕੀਮਤ ਤੇ ਸਮਾਨ ਖਰੀਦਦੇ ਹਨ ਤੇ ਵੇਚਦੇ ਉਹ ਕੀ ਘੱਟ ਕੀਮਤ ਤੇ ਵੇਚਣਗੇ, ਬਿਲਕੁਲ ਨਹੀਂ ਵੇਚਣਗੇ, ਉਹ ਮਹਿੰਗਾ ਵੇਚਣਗੇ। ਕਿਉਂ ਮਹਿੰਗਾ ਵੇਚਣਗੇ, ਕਿਉਂਕਿ ਜ਼ਿਆਦਾ ਲਾਭ ਕਮਾਉਣਾ, ਕਿਉਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣਾ ਚਾਹੁੰਦੇ ਸੀ। ਅਸੀਂ ਗੱਲ ਕਰਦੇ ਹਾਂ ਕਾਰੋਬਾਰੀਆਂ ਦੀ, ਬਿਜ਼ਨਸਮੈਨ ਲੋਕਾਂ ਦੀ, ਜਾਂ ਵੱਡੀਆਂ ਕੰਪਨੀਆਂ ਹੁੰਦੀਆਂ ਹਨ,
ਤਾਂ ਉਹ ਸਾਰੇ ਲੋਕ ਜਿਹੜੇ ਵਪਾਰ ਕਰਦੇ ਹਨ ਜਾਂ ਕੰਪਨੀਆਂ ਵਪਾਰ ਕਰਦੀਆਂ, ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਹੈ? ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣਾ। ਤਾਂ ਉਹ ਲੋਕ ਘੱਟ ਕੀਮਤ ਤੇ ਖਰੀਦ ਕੇ ਮਹਿੰਗਾ ਵੇਚਦੇ ਸੀ ਔਰ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਉਂਦੇ ਸੀ। ਵਿਦਿਆਰਥੀਓ, ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ। ਅੰਗਰੇਜ਼ੀ ਈਸਟ ਇੰਡੀਆ ਕੰਪਨੀ ਕਿ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸੀ ਤਾਂ ਉਹ ਕਿਸ ਨਾਮ ਦੇ ਥੱਲੇ ਆਏ ਸੀ? ਉਹ ਇਸ ਨਾਮ ਦੇ ਥੱਲੇ ਭਾਰਤ ਵਿੱਚ ਆਏ ਸੀ, ਅੰਗਰੇਜ਼ੀ ਈਸਟ ਇੰਡੀਆ ਕੰਪਨੀ। 31 ਦਸੰਬਰ 1600 ਈਸਵੀ ਵਿੱਚ ਇੰਗਲੈਂਡ ਦੇ ਵਪਾਰੀਆਂ ਨੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਕਿਹਨਾਂ ਨੇ ਸਥਾਪਨਾ ਕੀਤੀ ਸੀ? ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ, ਕਿ ਉਹਨਾਂ ਨੇ ਭਾਰਤੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ ਵਪਾਰ ਕਰਨ ਦੇ ਲਈ। ਈਸਟ ਇੰਡੀਆ ਕੰਪਨੀ, ਜਿਸ ਨੂੰ ਭਾਰਤ ਦੇ ਵਿੱਚ ਕਿਹਾ ਜਾਂਦਾ ਭਾਰਤੀ ਈਸਟ ਇੰਡੀਆ ਕੰਪਨੀ। ਮਹਾਰਾਣੀ ਐਲਿਜ਼ਾਬੈਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ 15 ਸਾਲ ਲਈ ਏਕਾਧਿਕਾਰ ਦੇ ਦਿੱਤਾ। ਇਸ ਤੋਂ ਕੀ ਭਾਵ ਹੈ ਵਿਦਿਆਰਥੀਓ ਕਿ 31 ਦਸੰਬਰ 1600 ਈਸਵੀ ਨੂੰ ਇੰਗਲੈਂਡ ਦੇ ਵਿੱਚ ਇੱਕ ਵਪਾਰੀਆਂ ਦਾ ਜਿਹੜਾ ਗਰੁੱਪ ਸੀ, ਵਪਾਰੀਆਂ ਦਾ ਜਿਹੜਾ ਸਮੂਹ ਸੀ, ਉਹਨਾਂ ਨੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। ਉਹਨਾਂ ਨੇ ਇੱਕ ਕੰਪਨੀ ਬਣਾ ਲਈ ਜਿਹੜੀ ਕਿ ਭਾਰਤ ਨਾਲ ਵਪਾਰ ਕਰਨ ਦੇ ਲਈ ਬਣਾਈ ਗਈ ਸੀ। ਫਿਰ ਉਹਨਾਂ ਨੇ ਉਸ ਵੇਲੇ ਦੀ ਮਹਾਰਾਣੀ ਐਲਿਜ਼ਾਬੈਥ ਫਸਟ ਸੀ, ਜੋ ਉਸ ਤੋਂ ਪਰਮਿਸ਼ਨ ਲਈ, ਉਸ ਤੋਂ ਮਨਜ਼ੂਰੀ ਲਈ ਭਾਰਤ ਵਿੱਚ ਵਪਾਰ ਕਰਨ ਲਈ 15 ਸਾਲ ਦੇ ਲਈ ਉਹਨਾਂ ਨੂੰ ਉਸ ਭਾਰਤ ਦੇ ਵਿੱਚ ਵਪਾਰ ਕਰਨ ਦੀ ਮਨਜ਼ੂਰੀ ਮਿਲ ਗਈ ਸੀ। ਉਸ ਤੋਂ ਬਾਅਦ ਹੈ ਕਿ 1615 ਈਸਵੀ ਦੇ ਵਿੱਚ ਸਰ ਥਾਮਸ ਰੋ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਲੈਣ ਵਿੱਚ ਸਫਲ ਹੋਇਆ, ਕਿਉਂਕਿ ਇਸ ਤੋਂ ਸਰ ਥਾਮਸ ਰੋ ਇਹ ਕੰਪਨੀ ਦੇ ਬਹੁਤ ਹੀ ਉੱਚੇ ਅਹੁਦੇ ਤੇ ਸੀਗੇ, ਈਸਟ ਇੰਡੀਆ ਕੰਪਨੀ ਦੇ। ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀਗੀ ਉੱਚੇ ਅਹੁਦੇਦਾਰਾਂ ਨੇ, ਕਿਉਂਕਿ ਜਹਾਂਗੀਰ ਉਸ ਵੇਲੇ ਮੁਗਲ ਸਮਰਾਟ ਸੀ ਔਰ ਜਹਾਂਗੀਰ ਤੋਂ ਪਹਿਲਾਂ ਇਹ ਜਿਹੜਾ ਆਪਣੇ ਈਸਟ ਇੰਡੀਆ ਕੰਪਨੀ ਦੇ ਵੱਡੇ ਅਫਸਰ ਸੀ, ਉਹ ਪਰਮਿਸ਼ਨ ਨਹੀਂ ਲੈ ਪਾਏ। ਲੇਕਿਨ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1615 ਈਸਵੀ ਵਿੱਚ ਸਰ ਥਾਮਸ ਰੋ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਲੈਣ ਵਿੱਚ ਸਫਲ ਹੋਏ ਸੀਗੇ ਔਰ ਉਹਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਆਪਣੀਆਂ ਬਸਤੀਆਂ ਉਹ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਇਹ ਤੁਸੀਂ ਦੇਖੋ ਕਿ ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀਆਂ ਬਸਤੀਆਂ। ਇਹ ਦੇਖੋ ਜਿਹੜਾ ਪਿੰਕ ਵਾਲਾ ਪਾਰਟ ਹੈ ਉਹ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਪਿੰਕ ਵਾਲਾ ਪਾਰਟ ਇਹ ਕਿਉਂ ਬਣਾਇਆ ਜਾਂਦਾ ਵਿਦਿਆਰਥੀਓ? ਇਹ ਸੰਕੇਤ ਹੁੰਦੇ ਆ, ਇਹ ਹਿੰਟ ਦੇਣ ਲਈ ਕਿ ਪਿੰਕ ਵਾਲੇ ਪਾਰਟ ਦਾ ਮਤਲਬ ਕੀ ਆ। ਦੇਖੋ ਇਹ ਇੰਡੀਆ ਦਾ ਮੈਪ ਹੈ, ਇਹ ਸਾਰਾ ਇਹ ਭਾਰਤ ਦੇ ਨਕਸ਼ੇ ਦੇ ਵਿੱਚ। ਹੁਣ ਅਸੀਂ ਦੇਖਾਂਗੇ ਕਿ ਇਹ ਪਿੰਕ ਪਾਰਟ, ਇਹ ਗੁਲਾਬੀ ਰੰਗ ਜਿਹੜਾ ਜਿੱਥੇ ਜਿੱਥੇ ਤੁਸੀਂ ਦੇਖ ਰਹੇ ਹੋ ਨਾ, ਇਹ ਸਾਰਾ ਕੀ ਹੈ? ਇਹ ਕੀ ਹੈਗਾ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਸ ਵੇਲੇ। ਔਰ ਇਹ ਕੀ ਹੈ? ਬਾਕੀ ਦਾ ਜਿਹੜਾ ਪਾਰਟ ਹੈ, ਯੈਲੋ ਪਾਰਟ ਤੁਸੀਂ ਦੇਖ ਰਹੇ ਹੋ, ਇਹ ਵਾਲਾ ਸਾਰਾ ਇਹ ਹੈ ਇੰਡੀਅਨ ਸਟੇਟਸ। ਉਸ ਵੇਲੇ ਭਾਰਤੀ ਜਿਹੜੇ ਰਾਜ ਸੀਗੇ, ਇਹ ਹੈਦਰਾਬਾਦ ਹੈ, ਇਸ ਤਰ੍ਹਾਂ ਇਹ ਸਾਰਾ ਇਲਾਕਾ ਉੱਪਰ ਮਰਾਠਿਆਂ ਦੇ ਅੰਡਰ ਸੀਗਾ, ਇਹ ਅਵਧ ਦਾ ਇਲਾਕਾ ਹੈ। ਤਾਂ ਇਹ ਸਾਰਾ ਇਲਾਕਾ ਉਸ ਵੇਲੇ ਜਿਹੜਾ ਉਹ ਇੰਡੀਅਨ ਸਟੇਟ ਸੀਗੀਆਂ। ਤਾਂ ਇਹਨਾਂ ਇਲਾਕਿਆਂ ਦੇ ਵਿੱਚ ਉਸ ਵੇਲੇ ਜਿਹੜਾ ਪਿੰਕ ਰੰਗ ਦੇਖ ਰਹੇ ਹੋ, ਗੁਲਾਬੀ ਰੰਗ, ਇਸ ਦੇ ਵਿੱਚ ਉਹਨਾਂ ਨੇ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ ਸੀ। ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਆਯਾਤ। ਆਯਾਤ ਦਾ ਮਤਲਬ ਕੀ ਹੁੰਦਾ ਹੈ ਵਿਦਿਆਰਥੀਓ? ਮੰਗਵਾਉਣਾ। ਆਯਾਤ ਕਿ ਇੰਪੋਰਟ ਕਰਨਾ, ਜਿਹਨੂੰ ਅਸੀਂ ਕਹਿੰਦੇ ਹਾਂ ਇੰਪੋਰਟ ਅਤੇ ਐਕਸਪੋਰਟ। ਔਰ ਪੰਜਾਬੀ ਔਰ ਹਿੰਦੀ ਵਿੱਚ ਅਸੀਂ ਬੋਲਦੇ ਹਾਂ, ਅਸੀਂ ਕੀ ਬੋਲਦੇ ਹੈਗੇ ਆ? ਆਯਾਤ ਅਤੇ ਨਿਰਯਾਤ। ਔਰ ਆਯਾਤ ਕੀ ਕੀਤਾ ਜਾਂਦਾ ਸੀ? ਆਯਾਤ ਦਾ ਮਤਲਬ ਦੂਸਰੇ ਦੇਸ਼ਾਂ ਤੋਂ ਭਾਰਤ ਦੇ ਵਿੱਚ ਮੰਗਵਾਉਣਾ। ਭਾਰਤ ਵਿੱਚ ਅੰਗਰੇਜ਼ ਕੀ ਮੰਗਵਾਉਂਦੇ ਸੀ? ਸਿੱਕਾ ਮੰਗਵਾਉਂਦੇ ਸੀ, ਸਿੱਕਾ। ਇਸੇ ਤਰ੍ਹਾਂ ਪਾਰਾ, ਤੁਸੀਂ ਦੇਖ ਰਹੇ ਹੋ ਕਿ ਪਾਰਾ ਕੀ ਹੁੰਦਾ ਵਿਦਿਆਰਥੀਓ? ਜੋ ਡਾਕਟਰ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜਦੋਂ ਟੈਂਪਰੇਚਰ ਚੈੱਕ ਕਰਦੇ ਆ, ਥਰਮਾਮੀਟਰ, ਤੁਸੀਂ ਸਾਰੇ ਜਾਣਦੇ ਹੋਗੇ ਥਰਮਾਮੀਟਰ ਦੇ ਬਾਰੇ। ਤਾਂ ਥਰਮਾਮੀਟਰ ਦੇ ਵਿੱਚ ਜਦੋਂ ਇੱਕ ਪਾਰਾ ਹੁੰਦਾ ਹੈ, ਮਰਕਰੀ ਜਿਸ ਨੂੰ ਕਿਹਾ ਜਾਂਦਾ ਹੈ,
ਉਹ ਉਸ ਦੇ ਨਾਲ ਹੀ ਉੱਪਰ ਥੱਲੇ ਟੈਂਪਰੇਚਰ ਜਿਹੜਾ ਹੈ ਉਹ ਮੈਜ਼ਰ ਕੀਤਾ ਜਾਂਦਾ ਹੈ, ਉਹ ਮਾਪਿਆ ਜਾਂਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਮੌਸਮ ਦਾ ਤਾਪਮਾਨ ਮਾਪਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਵੇਲੇ ਵੀ ਜਿਹੜਾ ਉਹ ਥਰਮਾਮੀਟਰ ਦੇ ਵਿੱਚ ਮਰਕਰੀ ਹੁੰਦਾ ਹੈ, ਪਾਰਾ, ਜੋ ਕਿ ਉੱਪਰ ਥੱਲੇ ਜਾਂਦਾ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਟੈਂਪਰੇਚਰ ਕਿੰਨਾ ਹੈ। ਤਾਂ ਪਾਰਾ ਵੀ ਅੰਗਰੇਜ਼ਾਂ ਦੇ ਵੱਲੋਂ ਮੰਗਾਇਆ ਜਾਂਦਾ ਸੀ। ਇਸ ਤਰ੍ਹਾਂ ਕੁਝ ਕੱਪੜਾ, ਕੁਝ ਖਾਸ ਵੈਰਾਈਟੀ ਦਾ ਕੱਪੜਾ ਵੀ ਉਹ ਮੰਗਵਾਇਆ ਜਾਂਦਾ ਸੀ। ਔਰ ਭਾਰਤ ਦੇ ਵਿੱਚ ਅੰਗਰੇਜ਼ਾਂ ਦੁਆਰਾ ਨਿਰਯਾਤ ਕੀ ਕੀਤਾ ਜਾਂਦਾ ਸੀ? ਨਿਰਯਾਤ ਕੀ ਕੀਤਾ ਜਾਂਦਾ ਸੀ? ਸੂਤੀ ਕੱਪੜਾ। ਨਿਰਯਾਤ ਦਾ ਮਤਲਬ ਕੀ ਹੈ? ਐਕਸਪੋਰਟ ਕੀ ਕੀਤਾ ਜਾਂਦਾ ਸੀ? ਹੋਰ ਦੂਰ ਬਾਹਰਲੇ ਦੇਸ਼ਾਂ ਦੇ ਵਿੱਚ ਕੀ ਭੇਜਿਆ ਜਾਂਦਾ ਸੀ ਅੰਗਰੇਜ਼ਾਂ ਦੇ ਵੱਲੋਂ? ਤਾਂ ਮਤਲਬ ਅਸੀਂ ਗੱਲ ਕੀ ਕਰ ਰਹੇ ਹਾਂ? ਈਸਟ ਇੰਡੀਆ ਕੰਪਨੀ ਦੀ, ਕਿ ਈਸਟ ਇੰਡੀਆ ਕੰਪਨੀ ਉਹ ਕੀ ਕਰਦੀ ਸੀ, ਕੀ ਮੰਗਵਾਉਂਦੀ ਸੀ ਔਰ ਬਾਹਰ ਕੀ ਭੇਜਦੀ ਸੀ ਔਰ ਉਸ ਤੋਂ ਮੁਨਾਫਾ ਕਿਵੇਂ ਕਮਾਉਂਦੀ ਸੀ। ਅਸੀਂ ਇਹ ਜਾਣਿਆ ਕਿ ਉਹ ਘੱਟ ਕੀਮਤ ਤੇ ਖਰੀਦਦੇ ਸੀ ਔਰ ਜ਼ਿਆਦਾ ਕੀਮਤ ਤੇ ਵੇਚਦੇ ਸੀ। ਉਹਨਾਂ ਨੂੰ ਮਿਲਦਾ ਕੀ ਸੀ? ਕਿ ਜ਼ਿਆਦਾ ਪ੍ਰੋਫਿਟ ਮਿਲਦਾ ਸੀ। ਸੂਤੀ ਕੱਪੜਾ ਬਾਹਰ ਭੇਜਦੇ ਸੀ, ਉਹ ਰੇਸ਼ਮੀ ਕੱਪੜਾ ਬਾਹਰ ਭੇਜਦੇ ਸੀ, ਉਹ ਨੀਲ ਨੂੰ ਬਾਹਰ ਭੇਜਦੇ ਸੀ ਔਰ ਉਹ ਅਫੀਮ ਨੂੰ ਬਾਹਰ ਭੇਜਦੇ ਸੀ, ਜਿਨ੍ਹਾਂ ਤੋਂ ਉਹ ਮੋਟਾ ਮੁਨਾਫਾ ਕਮਾਉਂਦੇ ਸੀ। ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਮਸਾਲੇ ਉਹ ਲੋਕ ਬਾਹਰ ਭੇਜਦੇ ਸੀ। ਇਸੇ ਤਰ੍ਹਾਂ ਫਿਰ ਹੈ 1664 ਈਸਵੀ ਦੇ ਵਿੱਚ ਫਰਾਂਸੀਸੀ ਈਸਟ ਇੰਡੀਆ ਕੰਪਨੀ। ਵਿਦਿਆਰਥੀਓ ਉਸ ਵੇਲੇ 1664 ਈਸਵੀ ਦੇ ਵਿੱਚ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਵੀ ਸਥਾਪਨਾ ਹੋਈ ਸੀਗੀ, ਕਿਉਂਕਿ ਪਹਿਲਾਂ ਜਿਹੜਾ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਦੇ ਵੱਲੋਂ ਐਸਟੈਬਲਿਸ਼ ਹੋਈ, ਤਾਂ ਬਾਅਦ ਦੇ ਵਿੱਚ 1664 ਈਸਵੀ ਦੇ ਵਿੱਚ ਕੰਪਨੀ ਨੇ, ਫਰਾਂਸ ਨੇ, ਉਹਨਾਂ ਨੇ ਵੀ ਆਪਣੀ ਈਸਟ ਇੰਡੀਆ ਕੰਪਨੀ ਸਥਾਪਿਤ ਕਰ ਲਈ ਸੀ, ਦਾ ਫ੍ਰੈਂਚ ਈਸਟ ਇੰਡੀਆ ਕੰਪਨੀ। ਤਾਂ ਕੰਪਨੀ ਨੇ ਚੰਦਰਨਗਰ, ਮਾਹੀ, ਕਾਰੀਕਲ ਵਿਖੇ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ ਸੀ ਔਰ ਉਸ ਵੇਲੇ ਡੂਮਾ ਤੇ ਡੁਪਲੇ ਫਰਾਂਸੀਸੀ ਗਵਰਨਰ ਸੀਗੇ, ਜਿਨ੍ਹਾਂ ਦੀ ਅਗਵਾਈ ਹੇਠ ਇਸ ਕੰਪਨੀ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਸੀ ਉਸ ਵੇਲੇ। ਔਰ ਇਹਨਾਂ ਕਰਕੇ ਵਿਦਿਆਰਥੀਓ, ਕਿਉਂਕਿ ਫਰਾਂਸੀਸੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹ ਵੀ ਬਹੁਤ ਪਾਵਰਫੁਲ ਹੋ ਗਈ ਸੀ, ਉਹ ਵੀ ਵਪਾਰੀ ਕੰਪਨੀ ਬਹੁਤ ਵੱਡੀ ਬਣ ਗਈ ਸੀ ਔਰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਵੀ ਬਹੁਤ ਪਾਵਰਫੁਲ ਹੋ ਗਈ ਸੀ। ਇਸ ਕਰਕੇ ਉਹਨਾਂ ਦੇ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੇ ਵਿੱਚ ਆਪਸੀ ਸੰਘਰਸ਼ ਸ਼ੁਰੂ ਹੋ ਗਿਆ ਸੀ। ਸੁਪਰੀਮੇਸੀ ਦੇ ਲਈ, ਮਤਲਬ ਆਪਣੀ ਸਰਵਉੱਚਤਾ ਦੇ ਲਈ, ਆਪਣੇ ਆਪ ਨੂੰ ਜ਼ਿਆਦਾ ਪਾਵਰਫੁਲ ਬਣਾਉਣ ਦੇ ਲਈ ਉਹਨਾਂ ਦੇ ਵਿੱਚ ਸੰਘਰਸ਼ ਸ਼ੁਰੂ ਹੋ ਗਿਆ ਸੀ, ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਲੜਾਈਆਂ ਵੀ ਹੋਈਆਂ ਸੀ। ਐਂਗਲੋ ਫਰਾਂਸੀਸੀ ਦੁਸ਼ਮਣੀ। ਤਾਂ ਅਸੀਂ ਇਹ ਦੇਖਦੇ ਹਾਂ ਵਿਦਿਆਰਥੀਓ, ਇਤਿਹਾਸ ਦੇ ਵਿੱਚ ਐਂਗਲੋ ਦਾ ਕੀ ਮਤਲਬ ਹੈ? ਅੰਗਰੇਜ਼। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿੱਚ ਜਦੋਂ ਦੁਸ਼ਮਣੀ ਪੈ ਗਈ, ਦੋਨੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸੀ ਔਰ ਦੋਨਾਂ ਨੇ ਆਪਣੀ ਦੁਸ਼ਮਣੀ ਨੂੰ ਮਿਟਾਉਣ ਦੇ ਲਈ 3 ਵਾਰ ਯੁੱਧ ਕੀਤੇ। ਉਹਨਾਂ ਯੁੱਧਾਂ ਨੂੰ ਕਰਨਾਟਕ ਦਾ ਪਹਿਲਾ ਯੁੱਧ, ਕਰਨਾਟਕ ਦਾ ਦੂਜਾ ਯੁੱਧ ਅਤੇ ਕਰਨਾਟਕ ਦੇ ਤੀਜੇ ਯੁੱਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਰਨਾਟਕ ਦਾ ਪਹਿਲਾ ਯੁੱਧ ਉਹ 1746 ਈਸਵੀ ਤੋਂ 1748 ਈਸਵੀ ਦੇ ਵਿੱਚ ਹੋਇਆ। ਇਸੇ ਤਰ੍ਹਾਂ ਕਰਨਾਟਕ ਦਾ ਦੂਸਰਾ ਯੁੱਧ ਉਹ 1749 ਤੋਂ 1754 ਈਸਵੀ ਦੇ ਵਿੱਚ ਹੋਇਆ ਔਰ ਕਰਨਾਟਕ ਦਾ ਤੀਸਰਾ ਯੁੱਧ ਉਹ 1756 ਤੋਂ 1763 ਈਸਵੀ ਦੇ ਵਿੱਚ ਹੋਇਆ। ਔਰ ਇਸ ਯੁੱਧ ਦੇ ਵਿੱਚ ਫਰਾਂਸੀਸੀ ਬਿਲਕੁਲ ਡਾਊਨ ਹੋ ਗਏ ਸੀਗੇ, ਤਾਂ ਸੰਧੀ ਦੇ ਨਾਲ ਉਹਨਾਂ ਨੂੰ ਇਹ ਯੁੱਧ ਸਮਾਪਤ ਕਰਨਾ ਪਿਆ ਸੀ। ਦੇਖੋ, ਦਾ ਫਸਟ ਕਰਨਾਟਕ ਵਾਰ, ਦਾ ਸੈਕੰਡ ਕਰਨਾਟਕ ਵਾਰ ਔਰ ਦਾ ਥਰਡ ਕਰਨਾਟਕ ਵਾਰ। ਤੀਸਰੀ ਕਰਨਾਟਕ ਵਾਰ ਤੋਂ ਬਾਅਦ ਅੰਗਰੇਜ਼ ਬਹੁਤ ਹਾਵੀ ਹੋ ਗਏ ਸੀਗੇ ਫਰਾਂਸ ਤੇ। ਅੱਗੇ ਵਿਦਿਆਰਥੀਓ ਕਿ ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ। ਅੰਗਰੇਜ਼ਾਂ ਨੇ ਉਸ ਵੇਲੇ, ਕਿਉਂਕਿ ਅੰਗਰੇਜ਼ ਲੰਬੇ ਸਮੇਂ ਤੋਂ ਬੰਗਾਲ ਦੇ ਨਾਲ ਵਪਾਰ ਕਰ ਰਹੇ ਸੀਗੇ ਔਰ ਲੰਬੇ ਸਮੇਂ ਤੋਂ ਵਪਾਰ ਕਰਕੇ ਉਹ ਲੋਕ ਬਹੁਤ ਪਾਵਰਫੁਲ ਹੋ ਚੁੱਕੇ ਸੀਗੇ ਔਰ 1717 ਈਸਵੀ ਦੇ ਵਿੱਚ ਉਸ ਵੇਲੇ ਮੁਗਲ ਬਾਦਸ਼ਾਹ ਫਰਖਸੀਅਰ ਨੇ ਸਿਰਫ 3000 ਰੁਪਏ ਦੇ ਬਦਲੇ ਕਰ ਮੁਕਤ, ਸਾਲਾਨਾ ਕਰ ਦੇ ਬਦਲੇ ਬੰਗਾਲ, ਬਿਹਾਰ ਤੇ ਉੜੀਸਾ ਦੇ ਵਿੱਚ ਉਹਨਾਂ ਨੂੰ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਸੀ, ਸਿਰਫ 3000 ਰੁਪਏ ਸਾਲਾਨਾ ਕਰ ਦੇਣ ਦੇ ਬਦਲੇ। ਇਸ ਕਰਕੇ ਉਹਨਾਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਉੱਥੇ
ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਸੀ, ਕਲਕੱਤੇ ਦੀ ਕਿਲ੍ਹੇਬੰਦੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਨਵਾਬ ਉਸ ਵੇਲੇ ਉੱਥੋਂ ਦਾ ਸਿਰਾਜੁਦੌਲਾ ਜਦੋਂ ਬੰਗਾਲ ਦਾ ਨਵਾਬ ਬਣਿਆ 1756 ਈਸਵੀ ਦੇ ਵਿੱਚ, ਤਾਂ ਉਸ ਨੇ ਇਸ ਚੀਜ਼ ਦਾ ਬਹੁਤ ਬੁਰਾ ਮਨਾਇਆ ਸੀ। ਔਰ ਬਾਅਦ ਦੇ ਵਿੱਚ ਜਦੋਂ ਉਸਨੇ ਵਿਰੋਧ ਕੀਤਾ ਤਾਂ ਅੰਗਰੇਜ਼ਾਂ ਨੇ ਬੰਗਾਲ ਨੂੰ ਆਪਣੇ ਕਬਜ਼ੇ ਦੇ ਥੱਲੇ ਕਰ ਲਿਆ ਸੀਗਾ। ਔਰ ਇਹ ਬਾਅਦ ਦੇ ਵਿੱਚ ਅਸੀਂ ਪੜਾਂਗੇ ਪਲਾਸੀ ਦੀ ਲੜਾਈ ਦੇ ਵਿੱਚ, ਉਹ ਅਸੀਂ ਨੈਕਸਟ ਕਰਾਂਗੇ ਬਾਅਦ ਦੇ ਵਿੱਚ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਲਾਈਵ ਨੇ ਦੇਖੋ ਇਹ ਕਲਾਈਵ ਐਕਸਪੀਡੀਸ਼ਨ ਫਰੋਮ ਉੜੀਸਾ ਤੋਂ ਮੁਹਿੰਮ ਭੇਜੀ ਸੀ ਸੈਨਾ ਦੀ। ਇਹ ਦੇਖੋ ਐਰੋ ਤੁਸੀਂ ਦੇਖ ਰਹੇ ਹੋ, ਫੋਰਟ ਬਜ, ਇਹ ਕਿਹੜਾ ਫੋਰਟ ਕਿਲਾ ਕਿਹੜਾ ਹੈਗਾ, ਬਜਬਜ। ਇਸ ਤੋਂ ਬਾਅਦ ਕਲਕੱਤਾ ਗਏ, ਉਸ ਤਰ੍ਹਾਂ ਹੁਗਲੀ ਗਏ, ਔਰ ਫਿਰ ਕਿੱਥੇ ਪਹੁੰਚੇ ਬਾਅਦ ਵਿੱਚ, ਪਲਾਸੀ ਔਰ ਮੁਰਸ਼ਿਦਾਬਾਦ। ਔਰ ਬਾਅਦ ਦੇ ਵਿੱਚ ਐਸੇ ਹਾਲਾਤ ਬਣੇ ਕਿ ਪਲਾਸੀ ਦੀ ਲੜਾਈ ਹੋਈ 1757 ਈਸਵੀ ਦੇ ਵਿੱਚ। 23 ਜੂਨ 1757 ਨੂੰ ਪਲਾਸੀ ਦੀ ਲੜਾਈ ਹੋਈ ਅੰਗਰੇਜ਼ਾਂ ਦੇ ਵਿੱਚ ਔਰ ਕਿਸ ਦੇ ਵਿੱਚ, ਨਵਾਬ ਸਿਰਾਜੁਦੌਲਾ। ਦੇਖੋ ਕਿ ਦ ਬੈਟਲ ਆਫ ਪਲਾਸੀ 1757, British defeated Siraj-ud-Dawla with the help of Mir Jafar. This battle laid the foundation of British Empire in India. ਇਹ ਵਿਦਿਆਰਥੀਓ ਜਿਹੜੀ ਪਲਾਸੀ ਦੀ ਲੜਾਈ ਹੈ 1757 ਈਸਵੀ, ਦੇਖੋ ਇਸ ਲੜਾਈ ਵਿੱਚ ਅੰਗਰੇਜ਼ ਜਦੋਂ ਜਿੱਤੇ, ਕਿਉਂਕਿ ਨਵਾਬ ਸਿਰਾਜੁਦੌਲਾ ਬਹੁਤ ਤਾਕਤਵਰ ਸੀ, ਪਰ ਉਸ ਦੇ ਜਿਹੜੇ ਦੋ ਸਾਥੀ ਸੀ ਮੀਰ ਜਾਫਰ ਅਤੇ ਰਾਏ ਦੁਰਲਭ, ਉਹਨਾਂ ਨੇ ਸਿਰਾਜੁਦੌਲਾ ਦਾ ਸਾਥ ਨਹੀਂ ਦਿੱਤਾ ਸੀ, ਜਿਸ ਕਰਕੇ ਸਿਰਾਜੁਦੌਲਾ ਹਾਰ ਗਿਆ ਸੀ। ਔਰ ਉਹ ਅੰਗਰੇਜ਼ ਤੁਸੀਂ ਜਾਣਦੇ ਹੋ ਉਹ ਕੀ ਕਰਨ ਆਏ ਸੀ, ਭਾਰਤ ਵਿੱਚ ਵਪਾਰ ਕਰਨ ਆਏ ਸੀ। ਪਰ ਇਸ ਲੜਾਈ ਤੋਂ ਬਾਅਦ 1757 ਦੀ ਲੜਾਈ ਤੋਂ ਬਾਅਦ ਉਹਨਾਂ ਨੇ ਭਾਰਤ ਉੱਤੇ ਰਾਜ ਕਰਨ ਦਾ ਇੱਕ ਰਾਸਤਾ ਖੋਲ ਲਿਆ ਸੀ। ਉਹਨਾਂ ਨੇ ਬੰਗਾਲ ਤੇ ਅਧਿਕਾਰ ਕਰ ਲਿਆ ਸੀ ਪਲਾਸੀ ਦੀ ਲੜਾਈ ਤੋਂ ਬਾਅਦ। ਉਸ ਤੋਂ ਬਾਅਦ ਹੈ ਪਲਾਸੀ ਦੀ ਲੜਾਈ ਤੋਂ ਬਾਅਦ ਬਕਸਰ ਦੀ ਲੜਾਈ ਹੋਈ, ਬੈਟਲ ਆਫ ਬਕਸਰ 1764 ਈਸਵੀ ਦੇ ਵਿੱਚ ਹੋਈ ਸੀਗੀ। ਉਸ ਵੇਲੇ ਮੀਰ ਕਾਸਮ ਨੇ, ਕਿਉਂਕਿ ਜਦੋਂ ਪਲਾਸੀ ਦੀ ਲੜਾਈ ਹੋਈ ਤਾਂ ਮੀਰ ਜਾਫਰ ਨੂੰ ਪਹਿਲਾਂ ਬੰਗਾਲ ਦੀ ਗੱਦੀ ਤੇ, ਕਿਉਂਕਿ ਸਿਰਾਜੁਦੌਲਾ ਤਾਂ ਮਾਰਿਆ ਗਿਆ ਸੀ, ਨਵਾਬ ਸਿਰਾਜੁਦੌਲੇ ਤੋਂ ਬਾਅਦ ਮੀਰ ਜਾਫਰ ਨੂੰ ਗੱਦੀ ਤੇ ਬਿਠਾਇਆ ਗਿਆ, ਫਿਰ ਮੀਰ ਕਾਸਮ ਨੂੰ। ਲੇਕਿਨ ਅਸੀਂ ਦੇਖਦੇ ਹਾਂ ਬਾਅਦ ਦੇ ਵਿੱਚ ਮੀਰ ਕਾਸਿਮ ਨੇ ਮਦਦ ਮੰਗੀ ਅਵਧ ਦੇ ਨਵਾਬ ਸਿਰਾਜੁਦੌਲਾ ਤੋਂ। ਉਸ ਵੇਲੇ ਉੱਥੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਸੀ, ਤਾਂ ਉਹਨਾਂ ਤਿੰਨਾਂ ਨੇ ਮਿਲ ਕੇ ਬਕਸਰ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਸਾਹਮਣਾ ਕੀਤਾ, ਪਰ ਉਹ ਹਾਰ ਗਏ ਸੀਗੇ। ਇਸ ਤਰ੍ਹਾਂ ਬਕਸਰ ਦੀ ਲੜਾਈ ਦੇ ਵਿੱਚ ਵੀ ਅੰਗਰੇਜ਼ ਉਹ ਜੇਤੂ ਰਹੇ ਸੀ। ਤਾਂ ਉਸ ਤੋਂ ਬਾਅਦ ਕੀ ਹੋਇਆ ਵਿਦਿਆਰਥੀਓ ਕਿ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ। ਇਹ ਦੋਹਰੀ ਸ਼ਾਸਨ ਪ੍ਰਣਾਲੀ ਦਾ ਕੀ ਮਤਲਬ ਹੈ? ਦੋਹਰੀ ਦਾ ਮਤਲਬ ਡਬਲ। ਬੰਗਾਲ ਦੇ ਵਿੱਚ ਡਬਲ ਰੂਲ ਚੱਲਦਾ ਸੀ। ਈਸਟ ਇੰਡੀਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਬਣ ਗਈ। ਸੈਨਿਕ ਅਤੇ ਮਾਲੀਆ ਸ਼ਾਸਨ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਆ ਗਿਆ। ਇਸ ਦਾ ਭਾਵ ਕੀ ਸੀ ਵਿਦਿਆਰਥੀਓ ਕਿ ਬੰਗਾਲ ਦੇ ਉੱਪਰ ਸ਼ਾਸਨ ਤਾਂ ਨਵਾਬ ਦਾ ਹੁੰਦਾ ਸੀ, ਪਰ ਅਸਲ ਵਿੱਚ ਸ਼ਾਸਨ ਕੌਣ ਕਰ ਰਿਹਾ ਸੀ? ਈਸਟ ਇੰਡੀਆ ਕੰਪਨੀ। ਉਹ ਬੰਗਾਲ ਦੀ ਵਾਸਤਵਿਕ ਸ਼ਾਸਕ ਬਣ ਗਈ ਸੀ ਔਰ ਨਵਾਬ ਕੋਲ ਪੈਸਾ ਨਹੀਂ ਹੁੰਦਾ ਸੀ, ਜਿਸ ਕਰਕੇ ਹੌਲੀ ਹੌਲੀ ਭੁੱਖਮਰੀ ਫੈਲਣੀ ਸ਼ੁਰੂ ਹੋ ਗਈ ਸੀ। ਬਾਅਦ ਦੇ ਵਿੱਚ ਜਾ ਕੇ ਉਹ ਕੰਪਨੀ ਨੇ, ਅੰਗਰੇਜ਼ਾਂ ਨੇ ਬੰਗਾਲ ਨੂੰ ਆਪਣੇ ਅਧਿਕਾਰ ਦੇ ਵਿੱਚ ਲੈ ਲਿਆ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵਿਦਿਆਰਥੀਓ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ, ਕਿ ਜਦੋਂ ਉਹਨਾਂ ਨੇ ਬੰਗਾਲ ਤੇ ਅਧਿਕਾਰ ਕਰ ਲਿਆ ਤਾਂ ਅੰਗਰੇਜ਼ਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਭਾਰਤ ਉੱਤੇ ਅਧਿਕਾਰ ਕਰਨਾ ਜ਼ਿਆਦਾ ਔਖਾ ਨਹੀਂ ਹੈ, ਤਾਂ ਉਹਨਾਂ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵਿਸਥਾਰ ਕੀਤਾ। ਵਿਸਥਾਰ ਤੋਂ ਭਾਵ ਆਪਣੇ ਅੰਗਰੇਜ਼ੀ ਸਾਮਰਾਜ ਨੂੰ ਵਧਾਇਆ। ਉਹ ਕਿਹੜੇ-ਕਿਹੜੇ ਤਰੀਕੇ ਸੀ ਜਿਨ੍ਹਾਂ ਨਾਲ ਵਧਾਇਆ? ਫਸਟ ਹੈ ਯੁੱਧ ਅਤੇ ਕੂਟਨੀਤੀ ਦੁਆਰਾ ਵਿਸਥਾਰ। ਇਹਨੂੰ ਅਸੀਂ ਆਰੰਭਿਕ ਵਿਸਥਾਰ ਕਹਿੰਦੇ। ਯੁੱਧ ਕਰਕੇ ਜਾਂ ਕੂਟਨੀਤੀ ਕਿਸ ਨੂੰ ਕਿਹਾ ਜਾਂਦਾ ਹੈ? ਕਿ ਚਾਲਾਂ, ਅਲੱਗ-ਅਲੱਗ ਤਰ੍ਹਾਂ ਦੀਆਂ ਚਲਾਕੀਆਂ ਕਰਕੇ ਅਲੱਗ-ਅਲੱਗ ਭਾਰਤ ਦੇ ਪ੍ਰਾਂਤਾਂ ਨੂੰ, ਰਾਜਾਂ ਨੂੰ ਆਪਣੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਉਣਾ। ਇਹ ਦੇਖੋ ਰਾਬਰਟ ਕਲਾਈਵ ਹੈ, ਇਹ ਵਾਰਨ ਹੇਸਟਿੰਗਸ ਹੈ, ਇਹ ਕਾਰਨਵਾਲਿਸ ਹੈ, ਸਰ ਜੌਨ ਸ਼ੋਰ ਨੇ। ਇਹਨਾਂ ਨੇ ਆਰੰਭ ਦੇ ਵਿੱਚ ਵੱਖ-ਵੱਖ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਸੀ। ਔਰ ਜੇ ਅਸੀਂ ਗੱਲ ਕਰੀਏ ਵੱਡੇ ਪੱਧਰ ਤੇ ਵਿਸਥਾਰ
ਉਸ ਦੇ ਵਿੱਚ ਲਾਰਡ ਵੈਲਜ਼ਲੀ, ਵਾਰਨ ਹੇਸਟਿੰਗਸ ਜੋ ਕਿ ਫਸਟ ਗਵਰਨਰ ਜਨਰਲ ਸੀ ਬੰਗਾਲ ਦੇ, ਅਤੇ ਲਾਰਡ ਡਲਹੌਜ਼ੀ ਨੇ। ਵਿਦਿਆਰਥੀਓ, ਇਹਨਾਂ ਨੇ ਅਲੱਗ-ਅਲੱਗ ਤਰੀਕੇ ਅਪਣਾਏ। ਕੋਈ ਵੀ ਐਸਾ ਤਰੀਕਾ ਜਿਸ ਦੇ ਨਾਲ ਕੋਈ ਵੀ ਰਾਜ ਉਹ ਅੰਗਰੇਜ਼ੀ ਸਾਮਰਾਜ ਦੇ ਅਧੀਨ ਆ ਸਕਦਾ ਸੀ, ਉਹ ਪਾਲਿਸੀ ਇਹਨਾਂ ਨੇ ਚਲਾਈ। ਇਹਨਾਂ ਨੇ ਕੀ ਕੀਤਾ ਤੁਸੀਂ ਦੇਖੋ। ਇਹ ਲਾਰਡ ਵੈਲਜ਼ਲੀ ਹੈ। ਲਾਰਡ ਵੈਲਜ਼ਲੀ ਨੇ ਕੀ ਕੀਤਾ? ਸਹਾਇਕ ਸੰਧੀ ਦੁਆਰਾ ਵਿਸਥਾਰ ਕੀਤਾ। ਵਿਦਿਆਰਥੀਓ, ਸਹਾਇਕ ਸੰਧੀ ਕੀ ਹੁੰਦੀ ਹੈ? ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਸਬਸਿਡਰੀ ਅਲਾਈਅੰਸ। ਸਹਾਇਕ ਦਾ ਕੀ ਮਤਲਬ ਹੈ? ਸਹਾਇਤਾ ਦੇਣਾ। ਸਹਾਇਤਾ ਦੇਣ ਦੇ ਲਈ ਉਹਨਾਂ ਨੇ ਕੀ ਕਿਹਾ ਉਸ ਵੇਲੇ? ਦੇਖੋ, ਅੰਗਰੇਜ਼ੀ ਸਰਕਾਰ ਇਹ ਸੰਧੀ ਕਰਨ ਵਾਲੇ ਰਾਜ ਦੀ ਉਸ ਵਿੱਚ ਹੋਣ ਵਾਲੇ ਵਿਦਰੋਹਾਂ ਅਤੇ ਬਾਹਰੀ ਹਮਲਿਆਂ ਤੋਂ ਰੱਖਿਆ ਕਰਦੀ ਸੀ। ਭਾਵ ਕਿ ਅੰਗਰੇਜ਼ੀ ਸਰਕਾਰ ਨੇ ਇਹ ਪਾਲਿਸੀ ਬਣਾਈ ਕਿ ਕਿਸੇ ਵੀ ਰਾਜ ਦੇ ਵਿੱਚ ਆਪਣੇ ਕੁਝ ਸੈਨਿਕ ਉਹ ਛੱਡ ਦਿੰਦੇ ਸੀ ਔਰ ਉਸ ਰਾਜ ਨੂੰ ਕਹਿੰਦੇ ਸੀ ਕਿ ਇਹ ਤੁਹਾਡੀ ਮਦਦ ਕਰਨਗੇ ਜਦੋਂ ਵੀ ਤੁਹਾਡੇ ਤੇ ਕੋਈ ਮੁਸੀਬਤ ਆਊਗੀ। ਲੇਕਿਨ ਲਾਰਡ ਵੈਲਜ਼ਲੀ ਦਾ ਅਸਲੀ ਮਕਸਦ ਕੀ ਸੀ? ਉਸ ਨੇ ਅੰਗਰੇਜ਼ੀ ਸੈਨਾ ਨੂੰ ਉਸ ਰਾਜ ਦੇ ਵਿੱਚ ਛੱਡ ਦਿੱਤਾ ਸੀ। ਇਸ ਤਰ੍ਹਾਂ ਬਹੁਤ ਸਾਰੇ ਇਲਾਕੇ ਆਪਣੇ ਅੰਡਰ ਕੀਤੇ। ਸੰਧੀ ਕਰਨ ਵਾਲੇ ਰਾਜ ਨੂੰ ਇਹ ਸ਼ਰਤਾਂ ਮੰਨਣੀਆਂ ਪੈਂਦੀਆਂ ਸੀ। ਵਿਦੇਸ਼ੀ ਮਾਮਲਿਆਂ ਉੱਤੇ ਅੰਗਰੇਜ਼ੀ ਸਰਕਾਰ ਦਾ ਅਧਿਕਾਰ ਹੁੰਦਾ ਸੀ। ਸੰਧੀ ਕਰਨ ਵਾਲੇ ਰਾਜ ਦੇ ਸ਼ਾਸਕ ਨੂੰ ਆਪਣੇ ਰਾਜ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਪੈਂਦਾ ਸੀ ਔਰ ਸ਼ਾਸਕ ਵਿਦੇਸ਼ੀ ਸ਼ਕਤੀ ਨਾਲ ਕੋਈ ਸੰਬੰਧ ਨਹੀਂ ਰੱਖ ਸਕਦਾ ਸੀ। ਇਸ ਤਰ੍ਹਾਂ ਰਾਜ ਬਿਨਾਂ ਅੰਗਰੇਜ਼ਾਂ ਦੀ ਆਗਿਆ ਲਈ ਕਿਸੇ ਹੋਰ ਦੇਸ਼ ਨਾਲ ਯੁੱਧ ਨਹੀਂ ਕਰ ਸਕਦਾ ਸੀ। ਇਸੇ ਤਰ੍ਹਾਂ ਯੁੱਧਾਂ ਦੁਆਰਾ ਵਿਸਥਾਰ ਕੀਤਾ ਅੰਗਰੇਜ਼ਾਂ ਨੇ। 1761 ਈਸਵੀ ਦੇ ਵਿੱਚ ਹੈਦਰ ਅਲੀ ਨੇ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕੀਤੀ ਸੀ ਔਰ ਅੰਗਰੇਜ਼ਾਂ ਨੇ ਦੁਸ਼ਮਣ ਮਰਾਠਿਆਂ ਅਤੇ ਹੈਦਰਾਬਾਦ ਦੇ ਨਿਜ਼ਾਮ ਨਾਲ ਗੱਠਜੋੜ ਕਰ ਲਿਆ ਤਾਂ ਕਿ ਹੈਦਰ ਅਲੀ ਦੀ ਸ਼ਕਤੀ ਨੂੰ ਕੁਚਲਿਆ ਜਾ ਸਕੇ। ਤੁਸੀਂ ਦੇਖੋ, ਅੰਗਰੇਜ਼ਾਂ ਨੇ ਹੈਦਰ ਅਲੀ ਨੂੰ ਕੁਚਲਣ ਵਾਸਤੇ ਮਰਾਠਿਆਂ ਤੇ ਹੈਦਰਾਬਾਦ ਦੇ ਨਿਜ਼ਾਮ ਨਾਲ ਗੱਠਜੋੜ ਕਰ ਲਿਆ ਸੀ। ਇਸ ਤਰ੍ਹਾਂ ਮੈਸੂਰ ਦੀ ਪਹਿਲੀ ਲੜਾਈ ਹੋਈ ਔਰ ਹੈਦਰ ਅਲੀ ਜਿੱਤ ਗਿਆ ਸੀ ਔਰ ਇਸ ਦੇ ਵਿੱਚ ਅੰਗਰੇਜ਼ਾਂ ਨੇ ਹੈਦਰ ਅਲੀ ਦੀ ਮਰਾਠਿਆਂ ਦੇ ਵਿਰੁੱਧ ਸਹਾਇਤਾ ਦੇਣ ਦਾ ਵਚਨ ਦਿੱਤਾ ਸੀ। ਲੇਕਿਨ ਜਦੋਂ ਮਰਾਠਿਆਂ ਨੇ ਹੈਦਰ ਅਲੀ ਤੇ ਹਮਲਾ ਕੀਤਾ ਤਾਂ ਅੰਗਰੇਜ਼ਾਂ ਨੇ ਹੈਦਰ ਅਲੀ ਦੀ ਕੋਈ ਸਹਾਇਤਾ ਹੀ ਨਹੀਂ ਕੀਤੀ। ਫਿਰ ਮੈਸੂਰ ਦੀ ਦੂਜੀ ਲੜਾਈ ਹੋਈ 1780 ਤੋਂ 1784। ਇਸ ਦੇ ਵਿੱਚ ਹੈਦਰ ਅਲੀ ਦੀ ਮੌਤ ਹੋ ਗਈ ਸੀ ਔਰ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸੁਲਤਾਨ ਬਣਿਆ ਸੀ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਬਾਅਦ ਦੇ ਵਿੱਚ ਵਿਦਿਆਰਥੀਓ ਮੈਸੂਰ ਦੀ ਚੌਥੀ ਲੜਾਈ ਹੋਈ ਸੀ ਔਰ ਜਿਸ ਦੇ ਵਿੱਚ ਟੀਪੂ ਸੁਲਤਾਨ ਦੀ ਮੌਤ ਹੋ ਗਈ ਸੀ। ਔਰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵਿਦਿਆਰਥੀਓ ਕਿ ਅੰਗਰੇਜ਼ਾਂ ਨੇ ਹੌਲੀ ਹੌਲੀ ਉਹ ਆਏ ਤਾਂ ਵਪਾਰ ਕਰਨ ਸੀ ਪਰ ਉਹਨਾਂ ਨੇ ਈਸਟ ਇੰਡੀਆ ਕੰਪਨੀ ਤੋਂ ਉਹ ਕੀ ਬਣ ਗਏ ਸੀ? ਭਾਰਤ ਦੇ ਹਾਕਮ ਬਣ ਗਏ ਸੀ, ਭਾਰਤ ਦੇ ਸ਼ਾਸਕ ਬਣ ਗਏ ਸੀ ਔਰ ਉਹਨਾਂ ਨੇ ਹੌਲੀ ਹੌਲੀ ਭਾਰਤ ਦੇ ਉੱਤੇ ਬਹੁਤ ਸਾਰੇ ਇਲਾਕਿਆਂ ਤੇ ਆਪਣਾ ਰਾਜ ਕਾਇਮ ਕਰ ਲਿਆ ਸੀ ਔਰ ਕਈ ਸਾਲਾਂ ਤੱਕ ਉਹਨਾਂ ਨੇ ਭਾਰਤ ਦੇ ਉੱਤੇ ਆਪਣੀ ਪ੍ਰਭੂ ਸੱਤਾ ਕਾਇਮ ਰੱਖੀ ਸੀ। ਤਾਂ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਆਇਆ ਹੋਣਾ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।